ਵਿਜ਼ਨ ਪੰਜਾਬ ਟੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਪ੍ਰੋਗਰਾਮ ਚਰਚਾ ਦਾ ਮੁੱਦਾ ਵੀ ਸਵਾਗਤ ਹੈ ਜੀ। ਸਿੱਧੂ ਮੂਸੇਵਾਲੇ ਦੀ ਕੱਲ੍ਹ ਅੰਤਮ ਅਰਦਾਸ ਸੀ, ਭੋਗ ਪਿਆ। ਭੋਗ ਪੈਣ ਦੇ ਦੌਰਾਨ ਪਰਿਵਾਰ ਵੱਲੋਂ ਸੁਨੇਹਾ ਦਿੱਤਾ ਗਿਆ ਕੁਦਰਤ ਨੂੰ ਸੰਭਾਲਣ ਦਾ, ਵਾਤਾਵਰਨ ਨੂੰ ਸੰਭਾਲਣ ਦਾ, ਬੂਟੇ ਲਾਉਣ ਦਾ। ਉਸ ਹਵਾਲੇ ਨਾਲ ਇੱਕ ਨਿਵੇਕਲੀ ਚਰਚਾ ਜ਼ਰੂਰ ਛਿੜੀ ਹੈ, ਉਸ ਦੇ ਉੱਤੇ ਵੀ ਚਰਚਾ ਕਰਾਂਗੇ। ਅਤੇ ਇਸ ਸਭ ਦੇ ਦਰਮਿਆਨ ਪੰਜਾਬ ਦੇ ਪੁਰਾਣੇ ਰਾਜਨੀਤਿਕ ਲੀਡਰਾਂ ਦੀ ਭ੍ਰਿਸ਼ਟਾਚਾਰੀ ਦੀ ਚਰਚਾ ਖੂਬ ਜੰਮ ਕੇ ਹੋ ਰਹੀ ਹੈ। ਅਤੇ ਕੁਝ ਲੀਡਰ ਤਾਂ ਪੁਰਾਣੇ ਕਾਂਗਰਸੀ ਕਹਿਣ ਵੀ ਲੱਗੇ ਨੇ ਕਿ ਭਾਈ ਬੜੇ ਮਗਰਮੱਛਾਂ ਨੂੰ ਹੱਥ ਪਾਓ, ਛੋਟਿਆਂ ਨਾਲ ਨਹੀਂ ਗੱਲ ਬਣਨੀ। ਪਰ ਇਹ ਵੀ ਇੱਕ ਮੁੱਖ ਧਿਰ ਹੈਗੀ ਆ। ਸੋ ਇਸ ਗੱਲ ਨੂੰ ਲੈ ਕੇ ਕੀ ਇਸ ਤੋਂ ਅਗਲੀ ਕੜੀ ਤੱਕ ਜੁੜੇਗੀ ਜਾਂ ਇਹ ਕੜੀ ਇੱਥੇ ਹੀ ਰੁਕ ਜਾਏਗੀ, ਇਸ ਨੂੰ ਲੈ ਕੇ ਵੀ ਖੂਬ ਚਰਚਾਵਾਂ ਨੇ। ਪਰ ਲੋਕਾਂ ਨੂੰ ਲੱਗਣ ਲੱਗਾ ਕਿ ਇੱਕ ਚੰਗੀ ਪਹਿਲ ਕਦਮੀ ਹੋਣ ਲੱਗੀ ਹੈ। ਅਤੇ ਸਭ ਦੇ ਦਰਮਿਆਨ ਹੀ ਬੀਜੇਪੀ ਦੇ ਲੀਡਰ ਲਗਾਤਾਰ ਕਿਰਦੇ ਜਾ ਰਹੇ ਨੇ। ਬੀਜੇਪੀ ਕਰਦੀ ਜਾ ਰਹੀ ਹੈ। ਦੁਨੀਆ ਭਰ ਦੇ ਇਸਲਾਮਿਕ ਮੁਲਕ ਅਤੇ ਉਹਨਾਂ ਦੇ ਨੁਮਾਇੰਦੇ ਅਤੇ ਕੁਝ ਕੱਟੜਪੰਥੀ ਧਿਰਾਂ ਨੇ ਵੀ ਧਮਕੀਆਂ ਵਾਲਾ ਪਹਿਲੂ ਵੀ ਆ ਰਿਹਾ ਅਤੇ ਚੇਤਾਵਨੀ ਵਾਲਾ ਪਹਿਲੂ ਵੀ ਆ ਰਿਹਾ। ਸੋ ਇਸ ਹਵਾਲੇ ਨਾਲ ਕੀ ਆਪਣੀ ਭਾਸ਼ਾ, ਕੀ ਆਪਣੇ ਸ਼ਬਦਾਂ 'ਤੇ ਕੰਟਰੋਲ ਇਸ ਕਦਰ ਖੋ ਲਿਆ ਕਿ ਪਤਾ ਹੀ ਨਹੀਂ ਲੱਗਾ ਕਿ ਅਸੀਂ ਕਿੱਥੇ ਤੱਕ ਆ ਗਏ ਹਾਂ, ਜਾਂ ਇਸ ਸਥਿਤੀ ਲਈ ਕੌਣ ਜ਼ਿੰਮੇਵਾਰ ਹੈ? ਕੀ ਮੀਡੀਆ, ਕੀ ਟੀ ਵੀ ਚੈਨਲਾਂ ਦੀ ਡਿਬੇਟ, ਕੀ ਲੀਡਰਾਂ ਦੀ ਅਸੱਭਿਅਕ ਭਾਸ਼ਾ, ਜਾਂ ਫਿਰ ਅਜੋਕਾ ਦੌਰ ਅਜਿਹਾ ਬਣ ਗਿਆ ਕਿ ਇਸ ਸਥਿਤੀ ਤੱਕ ਆਏ ਹਾਂ ਕਿ ਅਸੀਂ ਕਿਸੇ ਨੂੰ ਵੀ ਬਖਸ਼ ਨਹੀਂ ਰਹੇ, ਚਾਹੇ ਹਿੰਦੂ ਧਰਮ ਦੇ ਹੋਣ, ਚਾਹੇ ਸਿੱਖ ਧਰਮ ਦੇ ਹੋਣ, ਚਾਹੇ ਮੁਸਲਿਮ ਧਰਮ ਦੇ ਹੋਣ, ਜਾਂ ਹੋਰ ਧਰਮਾਂ ਦੇ। ਸੋ ਅਸੀਂ ਪੀਰ ਪੈਗੰਬਰਾਂ ਬਾਰੇ ਵੀ ਜੋ ਸਾਧੂ ਸੰਤਾਂ ਬਾਰੇ ਵੀ ਜੋ ਭਗਵਾਨ ਬਾਰੇ ਵੀ ਜੋ ਟਿੱਪਣੀਆਂ ਕਰ ਰਹੇ ਹਾਂ, ਉਸ ਨੂੰ ਲੈ ਕੇ ਇੱਕ ਦੁਨੀਆ ਭਰ 'ਚ ਚਰਚਾ ਛਿੜੀ ਅਤੇ ਉਹਦੇ ਨਿਸ਼ਾਨੇ 'ਤੇ ਆਇਆ ਭਾਰਤ। ਸੋ ਇਸ ਪਹਿਲੂਆਂ 'ਤੇ ਚਰਚਾ ਕਰਾਂਗੇ। ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਸੁਸ਼ੀਲ ਦਸਾਂਝ ਜੀ ਸਾਡੇ ਨਾਲ ਨੇ। ਭਾਜੀ ਸਵਾਗਤ ਕਰਦੇ ਹਾਂ। ਸ਼ੁਕਰੀਆ, ਬਹੁਤ ਬਹੁਤ ਧੰਨਵਾਦ। ਭਾਜੀ ਮੈਂ ਇਸੇ ਗੱਲ ਤੋਂ ਸ਼ੁਰੂ ਕਰਨਾ ਚਾਹੁੰਦਾ ਜੀ ਕਿ ਇੱਕ ਦੌਰ ਚੱਲਾ ਦੇਸ਼ ਦੇ ਵਿੱਚ ਕਿ ਲਓ ਜੀ ਘੱਟ ਗਿਣਤੀਆਂ ਨੂੰ ਨਿਸ਼ਾਨੇ 'ਤੇ ਲਿਆ ਜਾ ਰਿਹਾ ਜੀ, ਮੁਸਲਿਮ ਭਾਈਚਾਰੇ ਨੂੰ ਖੁੱਡੇ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੀ। ਫਿਰ ਉਹ ਮਸਜਿਦਾਂ ਵਾਲਾ ਮੁੱਦਾ ਆਇਆ ਜੀ, ਫਿਰ ਉਹਨਾਂ 'ਚ ਮੰਦਰ ਲੱਭਣ ਵਾਲਾ ਮੁੱਦਾ ਆਇਆ। ਪਰ ਉਹਦੇ ਵਿੱਚ ਕੀ ਇਹੀ ਇੱਕ ਮੁੱਦਾ ਸੀ ਕਿ ਆਪਸ 'ਚ ਲੀਡਰਾਂ ਦਾ, ਸੰਗਠਨਾਂ ਦਾ ਬਿਆਨਬਾਜ਼ੀ ਇਸ ਕਦਰ ਹੋ ਗਈ, ਜਾਂ ਉਹਦੇ ਵਿੱਚ ਮੀਡੀਆ ਦੀਆਂ ਡਿਬੇਟ ਵੀ ਇੰਨੇ ਹਲਕੇ ਪੱਧਰ ਤੱਕ ਚੱਲ ਗਈਆਂ ਕਿ ਅਸੀਂ ਇੱਕ ਦੂਏ ਨੂੰ ਤੂੰ ਮੈਂ ਕਰਨ ਦੇ ਚੱਕਰ 'ਚ ਪੀਰ ਪੈਗੰਬਰ ਵੀ ਨਹੀਂ ਬਖਸ਼ੇ, ਭਗਵਾਨ ਵੀ ਨਹੀਂ ਬਖਸ਼ੇ, ਸੰਤ ਦੇਵਤਾ ਵੀ ਨਹੀਂ ਬਖਸ਼ੇ। ਸੋ ਇਹ ਕੀ ਕਾਰਨ ਹੈ? ਅਤੇ ਅੱਜ ਦੁਨੀਆ ਦੇ ਨਿਸ਼ਾਨੇ 'ਤੇ ਭਾਰਤ ਆਇਆ ਕਿ ਉਹ ਲੀਡਰਸ਼ਿਪ ਦੀ ਨਲਾਇਕੀ, ਕੀ ਮੀਡੀਆ ਦੀ ਨਲਾਇਕੀ, ਕਿਵੇਂ ਦੇਖ ਲਏ? ਦੇਖੋ, ਬਿਲਕੁਲ ਤਾਜ਼ਾ ਜਿਹੜਾ ਮਾਮਲਾ ਉਹਦੇ 'ਚ ਨੂਪੁਰ ਸ਼ਰਮਾ ਅਤੇ ਨਵੀਨ ਕੁਮਾਰ ਜਿੰਦਲ, ਜਿਨ੍ਹਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਸਸਪੈਂਡ ਵੀ ਕਰ ਦਿੱਤਾ ਹੈ, ਉਹਦੇ ਤੋਂ ਬਾਅਦ ਬਹੁਤ ਜ਼ਿਆਦਾ ਵਿਵਾਦ ਵਧਿਆ। ਉਹਦੇ ਨਾਲ ਹੋਇਆ ਇਹ ਹੈ ਕਿ ਜਿਸ ਦਿਨ ਦੀ ਇਹ ਘਟਨਾ ਆ TV ਡਿਬੇਟਸ ਦੇ ਵਿੱਚ ਜੋ ਕੁਝ ਹੋਇਆ, ਨੂਪੁਰ ਸ਼ਰਮਾ ਨੇ ਜੋ ਕੁਝ ਕਿਹਾ, ਉਸ ਤੋਂ ਬਾਅਦ ਤਾਂ ਥੋੜ੍ਹਾ ਬਹੁਤ ਵਿਰੋਧ ਜਿਹੜਾ ਹੋਣਾ ਸੀ ਉਹ ਤਾਂ ਹੋਇਆ। ਕਾਨਪੁਰ ਦੇ ਵਿੱਚ ਇੱਕ ਸਥਿਤੀ ਜਿਹੜੀ ਆ ਉਹ ਦੰਗਿਆਂ ਵਾਲੀ ਵੀ ਬਣ ਗਈ। ਪਰ 10 ਕੁ ਦਿਨ ਤੱਕ ਇਹ ਨੂਪੁਰ ਸ਼ਰਮਾ ਜਾਂ ਨਵੀਨ ਕੁਮਾਰ ਜਿੰਦਲ 'ਤੇ ਕੋਈ ਕਾਰਵਾਈ ਨਹੀਂ ਹੋਈ। ਫਿਰ ਜਦੋਂ ਇਸਲਾਮਿਕ ਕੰਟਰੀਜ਼, ਜਿਹੜੀਆਂ ਅਰਬ ਕੰਟਰੀਜ਼ ਆ, ਉਹਨਾਂ ਨੇ ਜਦੋਂ ਇਹਦੇ 'ਤੇ ਰਿਐਕਟ ਕਰਨਾ ਸ਼ੁਰੂ ਕੀਤਾ, ਪਹਿਲਾਂ 1 ਮੁਲਕ, ਫਿਰ 2 ਮੁਲਕ, ਫਿਰ 3 ਮੁਲਕ, ਅਤੇ 57 ਦੇ ਕਰੀਬ ਜਿਹੜੇ ਮੁਲਕ ਅਰਬ ਕੰਟਰੀਜ਼ ਦੇ ਆ, ਉਹਨਾਂ ਨੇ ਸਾਰਿਆਂ ਨੇ ਇਹਦੇ 'ਤੇ ਰਿਐਕਟ ਤਾਂ ਕੀਤਾ। ਪਰ 15 ਮੁਲਕ ਹੈਗੇ ਆ, ਸਾਊਦੀ ਅਰਬ ਹੋ ਗਿਆ, ਕਤਰ ਹੋ ਗਿਆ, ਅਫਗਾਨਿਸਤਾਨ ਹੋ ਗਿਆ, ਪਾਕਿਸਤਾਨ ਹੋ ਗਿਆ, ਜਿਨ੍ਹਾਂ ਨੇ ਭਾਰਤੀ ਰਾਜਦੂਤਾਂ ਨੂੰ ਤਲਬ ਕਰਕੇ ਜਿਹੜਾ ਇਹ ਗੱਲ ਕਹੀ ਕਿ ਇਹ ਬਹੁਤ ਸ਼ਰਮਨਾਕ ਹੈ ਅਤੇ ਤੁਰੰਤ ਜਿਹੜੇ ਜ਼ਿੰਮੇਵਾਰ ਲੋਕ ਉਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਹੁਣ ਉਹ 15 ਦੇ ਕਰੀਬ ਜਿਹੜੇ ਮੁਲਕ ਹੈ, ਉਹਨਾਂ ਮੁਲਕਾਂ ਦੇ ਵਿੱਚੋਂ ਜੇ ਕਿਸੇ ਨੂੰ ਸਿੱਧੇ ਤੌਰ ਦੇ ਉੱਤੇ ਜਵਾਬ ਦਿੱਤਾ ਭਾਰਤ ਸਰਕਾਰ ਨੇ ਤਾਂ ਪਾਕਿਸਤਾਨ ਹੈ। ਬਾਕੀ ਮੁਲਕਾਂ ਨੂੰ ਉਹਨਾਂ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕਾਰਪੋਰੇਸ਼ਨ ਹੈਗੀ ਆ, OIC, ਉਹਦੇ ਖਿਲਾਫ ਵੀ ਇਹਨਾਂ ਨੇ ਕਿਹਾ ਵੀ ਇਹ ਠੀਕ ਨਹੀਂ ਜਿਸ ਤਰੀਕੇ ਦਾ ਤੁਹਾਡਾ ਐਟੀਟਿਊਡ ਹੈ। ਪਰ ਉਹ ਮੁਲਕਾਂ ਨੇ ਜਿਨ੍ਹਾਂ ਨੇ ਭਾਰਤੀ ਰਾਜਦੂਤ ਤਲਬ ਕੀਤੇ, ਉਹਨਾਂ 'ਚ ਸਿਰਫ ਇੱਕ ਪਾਕਿਸਤਾਨ ਹੈ ਜਿਹਨੂੰ ਸਿੱਧੇ ਤੌਰ 'ਤੇ ਟਾਰਗੇਟ ਕੀਤਾ ਭਾਰਤ ਸਰਕਾਰ ਨੇ। ਬਾਕੀਆਂ ਦੇ ਖਿਲਾਫ ਬੋਲਣ ਦੀ ਹਿੰਮਤ ਨਹੀਂ। ਹੁਣ ਇਹ ਆਪਣੇ ਆਪ 'ਚ ਸਵਾਲ ਹੈ ਕਿ ਬਾਕੀਆਂ ਦੇ ਖਿਲਾਫ ਬੋਲਣ ਦੀ ਹਿੰਮਤ ਕਿਉਂ ਨਹੀਂ? ਜੇ ਤੁਸੀਂ ਕਹਿੰਦੇ ਆ ਕਿ ਨਹੀਂ, OIC ਨੂੰ ਜਿਸ ਤਰ੍ਹਾਂ ਦਾ ਜਵਾਬ ਦਿੱਤਾ, ਪਾਕਿਸਤਾਨ ਨੂੰ ਜਵਾਬ ਦਿੱਤਾ ਵੀ ਅਸੀਂ ਤਾਂ, ਯਾਨੀ ਉਹਨੂੰ ਸਾਡੇ ਮੀਡੀਆ ਦੇ ਇੱਕ ਵੱਡੇ ਹਿੱਸੇ ਨੇ ਪ੍ਰਚਾਰਿਆ ਵੀ ਦੇਖੋ ਠੋਕਵਾਂ ਜਵਾਬ ਦਿੱਤਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਾਂ ਭਾਰਤ ਦੀ ਸਰਕਾਰ ਨੇ, ਅਤੇ ਫਿਰ ਬਾਕੀ ਮੁਲਕਾਂ ਦੇ ਖਿਲਾਫ ਕਿਉਂ ਨਹੀਂ? ਅਤੇ ਦੂਜੀ ਗੱਲ ਹੈ ਫਿਰ ਕਾਰਵਾਈ ਕਿਉਂ? ਜੇ ਠੀਕ ਸੀਗੀ ਨੂਪੁਰ ਸ਼ਰਮਾ ਜਾਂ ਨਵੀਨ ਕੁਮਾਰ ਜਿੰਦਲ, ਫਿਰ ਉਹਨਾਂ ਨੂੰ ਪਾਰਟੀ 'ਚੋਂ ਕੱਢਿਆ ਕਿਉਂ ਗਿਆ? ਫਿਰ ਕਾਹਦਾ ਜਵਾਬ ਹੋਇਆ? ਅਸਲ 'ਚ ਪ੍ਰੋਬਲਮ ਇਹ ਹੈ ਕਿ 90 ਲੱਖ ਭਾਰਤੀ ਜਿਹੜੇ ਅਰਬ ਕੰਟਰੀਆਂ 'ਚ ਰਹਿੰਦੇ ਆ। ਅੱਛਾ ਜੀ। 90 ਲੱਖ ਭਾਰਤੀਆਂ ਦਾ ਅਰਬ ਕੰਟਰੀਜ਼ ਰਹਿਣਾ। ਫਿਰ ਇਹਨਾਂ ਕੰਟਰੀਜ਼ ਦੇ ਨਾਲ ਸਾਡਾ ਜਿਹੜਾ ਲੈਣ ਦੇਣ ਆ, ਆਦਾਨ ਪ੍ਰਦਾਨ ਹੈ, ਸਾਜ਼ੋ ਸਮਾਨ ਹੈ, ਕਾਰੋਬਾਰ ਹੈ, ਉਹ ਵੀ ਅਰਬਾਂ ਡਾਲਰਸ ਦੇ ਵਿੱਚ ਜਿਹੜਾ ਹੈਗਾ, ਉਹਦੇ 'ਤੇ ਸਿੱਧੇ ਤੌਰ 'ਤੇ ਅਸਰ ਹੋਇਆ। ਇਹਨਾਂ ਕੰਟਰੀਜ਼ ਨੇ ਆਪਣੀਆਂ ਸੁਪਰ ਮਾਰਕੀਟਸ ਦੇ ਵਿੱਚ ਭਾਰਤੀ ਪ੍ਰੋਡਕਟਸ ਜਿਹੜੇ ਉਹਨਾਂ 'ਤੇ ਬੈਨ ਲਾ ਦਿੱਤਾ। ਠੀਕ ਹੈ ਨਾ ਜੀ। ਅਤੇ ਇਸ ਕਰਕੇ ਭਾਰਤੀ ਜਨਤਾ ਪਾਰਟੀ ਬੈਕਫੁੱਟ 'ਤੇ ਆ ਹੁਣ।
ਪਰ ਵੱਡਾ ਸਵਾਲ ਇਹ ਹੈ ਵੀ ਤੁਹਾਡਾ ਮਤਲਬ ਭਾਰਤ ਦਾ ਸਿਰ ਸ਼ਰਮ ਨਾਲ ਝੁਕਿਆ ਇਸ ਮਸਲੇ ਦੇ ਉੱਤੇ ਬਾਰ-ਬਾਰ ਇਹ ਸਥਿਤੀਆਂ ਬਣਦੀਆਂ ਕਿਉਂ? ਕੀ ਇਹਦੇ ਲਈ ਨੂਪੁਰ ਸ਼ਰਮਾ ਜਾਂ ਨਵੀਨ ਕੁਮਾਰ ਜਿੰਦਲ ਹੀ ਜ਼ਿੰਮੇਵਾਰ ਹੈ? ਹਾਂ, ਜਾਂ ਉਸ ਤੋਂ ਪਹਿਲਾਂ ਵੀ ਬਹੁਤ ਕੁਝ ਭਾਰਤ ਦੇ ਵਿੱਚ 2014 ਤੋਂ ਬਾਅਦ ਬੜੀ ਤੇਜ਼ੀ ਨਾਲ ਹੋਣਾ ਸ਼ੁਰੂ ਹੋਇਆ ਜਦੋਂ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਉਂਦੇ ਆ। ਕੀ ਉਹ ਜਿਹੜੀਆਂ ਹੇਟ ਸਪੀਚਿਸ ਹੈਗੀਆਂ ਉਹਨਾਂ ਨੂੰ ਇਸ ਕੈਟਾਗਰੀ 'ਚ ਨਹੀਂ ਲਿਆ ਜਾਣਾ ਚਾਹੀਦਾ? ਕੇਵਲ ਨੂਪੁਰ ਸ਼ਰਮਾ ਦੇ ਉੱਤੇ ਸਸਪੈਂਸ਼ਨ ਲਾ ਕੇ ਜਾਂ ਨਵੀਨ ਕੁਮਾਰ ਜਿੰਦਲ ਤੇ ਉਹਨੂੰ ਬਰਖਾਸਤ ਕਰਕੇ 6 ਸਾਲ ਵਾਸਤੇ ਪਾਰਟੀ 'ਚੋਂ ਇਹ ਮਸਲਾ ਹੱਲ ਹੋ ਜਾਏਗਾ? ਬਾਕੀ ਦੇਖੋ ਮਤਲਬ ਇੱਕ ਸਟੇਟ ਮਿਨਿਸਟਰ ਸਾਡਾ ਅਨੁਰਾਗ ਠਾਕੁਰ, ਸਟੇਟ ਮਿਨਿਸਟਰ ਅਨੁਰਾਗ ਠਾਕੁਰ ਜਿਹੜੇ ਆ ਉਹ ਇੱਕ ਨਾਰਾ ਲਾਉਂਦੇ ਆ, ਥੱਲੋਂ ਜਨਤਾ ਜਵਾਬ ਦਿੰਦੀ ਹੈ, ਦੇਸ਼ ਕੇ ਗੱਦਾਰੋਂ ਕੋ ਥੱਲੋਂ ਗੋਲੀ ਮਾਰੋ, ਅਸੀਂ ਉਹ ਸ਼ਬਦ ਨਹੀਂ ਵਰਤਣਾ ਚਾਹੁੰਦੇ। ਉਹ ਨਾਰਾ ਇੱਕ ਵਾਰੀ ਨਹੀਂ ਲਾਉਂਦੇ, ਫਿਰ ਜਦੋਂ ਉਹਨਾਂ ਨੂੰ ਸਵਾਲ ਕੀਤਾ ਜਾਂਦਾ ਕਹਿੰਦੇ ਮੈਂ ਥੋੜ੍ਹਾ ਕਿਹਾ ਗੋਲੀ ਮਾਰੋ ਤਾਂ ਜਨਤਾ ਕਹਿ ਰਹੀ ਸੀ, ਮੈਂ ਤਾਂ ਕਹਿ ਰਿਹਾ ਸੀ ਦੇਸ਼ ਕੇ ਗੱਦਾਰੋਂ ਕੋ। ਉਹ ਪੁੱਛਿਆ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਤੁਸੀਂ ਕਹਿ ਰਹੇ ਦੇਸ਼ ਕੇ ਗੱਦਾਰੋਂ ਕੋ, ਜਵਾਬ ਦੇ ਵਿੱਚ ਲੋਕ ਕਹਿ ਰਹੇ ਆ ਗੋਲੀ ਮਾਰੋ ਡੈਸ਼ ਡੈਸ਼, ਜੋ ਕਿ ਆਪਾਂ ਸਾਰਿਆਂ ਨੂੰ ਪਤਾ, ਅਸੀਂ ਨਹੀਂ ਉਹ ਲਫ਼ਜ਼ ਆਪਣੇ ਮੂੰਹ ਤੇ ਲੈ ਕੇ ਆਉਂਦੇ। ਉਹ ਫਿਰ ਦੂਜੀ ਵਾਰੀ ਨਾਰਾ ਲਾਉਣ ਦਾ ਕੀ ਮਤਲਬ ਸੀ? ਇੱਕ ਵਾਰੀ ਜੇ ਤੁਹਾਨੂੰ ਜਨਤਾ ਨੇ ਥੋੜਾ ਜਵਾਬ ਸਹੀ ਨਹੀਂ ਤੁਹਾਨੂੰ ਮਿਲਿਆ, ਸਹੀ ਨਹੀਂ ਮਿਲਿਆ, ਫਿਰ ਦੂਜੀ ਵਾਰੀ ਨਹੀਂ, ਤੀਜੀ ਵਾਰੀ, ਚੌਥੀ ਵਾਰੀ, ਪੰਜਵੀਂ ਵਾਰੀ, 6ਵੀਂ ਵਾਰੀ, 10 ਵਾਰੀ ਨਾਰੇ ਲਾਇਆ ਤੇ ਇਨਾਮ ਦੇ ਵਿੱਚ ਉਹਦੇ ਤੇ ਕਾਰਵਾਈ ਤਾਂ ਕੀ ਹੋਣੀ? ਸਟੇਟ ਮਿਨਿਸਟਰ ਨੂੰ ਕੈਬਨਿਟ ਮਿਨਿਸਟਰ ਬਣਾ ਦਿੱਤਾ ਗਿਆ। ਅਨੁਰਾਗ ਠਾਕੁਰ ਨੂੰ ਸਟੇਟ ਮਿਨਿਸਟਰੀ ਯਾਨੀ ਉਹਨਾਂ ਤੇ ਕਾਰਵਾਈ ਕਰਨ ਦੀ ਥਾਂ ਦੇ ਉੱਤੇ ਇਹ ਤਾਂ ਮੁੱਖ ਮੰਤਰੀ ਦਾ ਚਿਹਰਾ ਵੀ ਬਣਨ ਲਈ ਤਿਆਰ। ਫਿਰ ਇਹਦਾ ਮਤਲਬ ਹੈ ਕਿ ਤੁਸੀਂ ਨੂਪੁਰ ਸ਼ਰਮਾ ਜਾਂ ਨਵੀਨ ਕੁਮਾਰ ਜਿੰਦਲ ਤੇ ਕਾਰਵਾਈ ਕਰਕੇ ਸਿਰਫ ਤੇ ਸਿਰਫ ਦਿਖਾਵੇ ਦੀ ਰਾਜਨੀਤੀ ਕਰ ਰਹੇ ਹੋ। ਇੱਕ ਕਿਉਂਕਿ ਇਸਲਾਮਿਕ ਵਰਲਡ ਨੇ ਤੁਹਾਨੂੰ ਇੱਕ ਝਟਕਾ ਦੇ ਦਿੱਤਾ ਤਾਂ ਤੁਸੀਂ ਦਿਖਾਵੇ ਦੀ ਕਾਰਵਾਈ ਕਰ ਰਹੇ ਹੋ। ਇਸ ਤੋਂ ਵੀ ਬਿਨਾਂ ਇਹਦੇ ਲਈ ਜ਼ਿੰਮੇਵਾਰ ਕੌਣ ਹੈ? ਕੀ ਜਦੋਂ ਕੱਪੜਿਆਂ ਦੀ ਸ਼ਨਾਖਤ ਕਰ ਰਹੇ ਸੀ ਸਾਡੇ ਪ੍ਰਧਾਨ ਮੰਤਰੀ, ਉਹ ਜ਼ਿੰਮੇਵਾਰ ਨਹੀਂ? ਵੀ ਟੀਵੀ ਡਿਬੇਟਸ ਦੇ ਉੱਤੇ ਜੋ ਅੱਗਾ ਲਾਉਣ ਵਾਲੇ ਲੋਕ ਹੈ, ਲਫ਼ਜ਼ ਉਹਨਾਂ ਦੇ ਮੈਂ ਨਹੀਂ ਕਹਿ ਰਿਹਾ, ਟੀਵੀ ਡਿਬੇਟਸ ਜਿਹੜੇ ਅੱਗਾ ਲਾਉਣ ਵਾਲੇ ਲੋਕ ਆ ਉਹ ਤਾਂ ਕੱਪੜਿਆਂ ਤੋਂ ਪਛਾਣੇ ਜਾਂਦੇ ਆ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ। ਗਿਰੀਰਾਜ ਕਿਸ਼ੋਰ ਜਿਹੜਾ ਆ ਕਿ ਉਹਦਾ ਇਹ ਕਹਿਣਾ ਹੇਟ ਸਪੀਚ ਦਾ ਅੰਗ ਨਹੀਂ ਹੈ, ਜਦੋਂ ਉਹ ਇਹ ਕਹਿੰਦਾ ਕਿ ਇੱਕ ਸਮਾਂ ਸੀ ਜਦੋਂ ਇਹ ਸਾਰੇ ਲੋਕ ਜਿਹੜੇ ਆ ਮੁਸਲਮਾਨ ਜਿਹੜੇ ਆ ਉਹ ਚਲੇ ਜਾਂਦੇ, ਸਾਰੇ ਹਿੰਦੂ ਇੱਥੇ ਇਕੱਲੇ ਰਹਿ ਜਾਂਦੇ ਤਾਂ ਮਸਲੇ ਨਹੀਂ ਸੀ ਖੜੇ ਹੋਣੇ। ਇਹ ਗਿਰੀਰਾਜ ਕਿਸ਼ੋਰ ਕਹਿ ਰਿਹਾ। ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਕਹਿੰਦੇ ਰਹੇ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ। ਸੋ ਇਸ ਕਰਕੇ ਮਤਲਬ ਜਦੋਂ ਤੁਸੀਂ ਇਹ ਸਾਰੀਆਂ ਚੀਜ਼ਾਂ ਕਰੋਗੇ ਉਹਦੇ ਲਈ ਸਿਰਫ ਤੇ ਸਿਰਫ ਤੁਸੀਂ ਉਹਨੂੰ ਦਿਖਾਵੇ ਦੀ ਇੱਕ ਪੋਲਿਟਿਕਸ ਕਰਦੇ ਹੋਏ ਇਸਲਾਮਿਕ ਵਰਲਡ ਦੀ ਇੱਕ ਚੇਤਾਵਨੀ ਜਿਹੜੀ ਆ ਗਈ, ਤੁਹਾਡੀਆਂ ਇੰਡੀਅਨ ਪ੍ਰੋਡਕਟਸ ਜਿਹੜੇ ਉਹ ਬੈਨ ਕਰਨ ਲੱਗ ਪਏ। ਈਵਨ ਮੈਂ ਅੱਜ ਇੱਕ ਦੇਖ ਕੇ ਆਇਆ, ਕਿਸੇ ਨੇ ਅਰਬ ਸ਼ੇਖ ਨੇ ਫੇਸਬੁੱਕ ਦੇ ਉੱਤੇ ਜਿਹੜੀ ਹੈ ਉਹ ਹੁਣ ਬਹੁਤ ਵਾਇਰਲ ਹੋਈ ਹੈ, ਇੱਕ ਬਕਾਇਦਾ ਪੋਸਟ ਪਾਈ ਹੈ। ਉਹ ਕਹਿੰਦਾ ਵੀ ਮੈਂ ਜਿੰਨੇ ਵੀ ਮੇਰੇ ਕੋਲ ਇੰਡੀਅਨ ਵਰਕਰ ਸੀ ਉਹਨਾਂ ਸਾਰਿਆਂ ਨੂੰ ਉਹਨਾਂ ਦੇ ਪਾਸਪੋਰਟ ਵਾਪਸ ਕਰਤੇ ਆ, ਵੀਜ਼ੇ ਉਹਨਾਂ ਦੇ ਦੇ ਦਿੱਤੇ ਆ, ਉਹਨਾਂ ਦੀ ਜਿੰਨੀ ਸੈਲਰੀ ਬਣਦੀ ਸੀ ਉਹ ਵੀ ਦੇ ਦਿੱਤੀ, ਜਿੰਨੇ ਉਹਨਾਂ ਦੇ ਬਕਾਏ ਸੀ ਉਹ ਵੀ ਦੇ ਦਿੱਤੀ। ਉਹ ਉਹਨਾਂ ਨੂੰ ਕਹਿਤਾ ਜਾਓ ਆਪਣੇ ਘਰਾਂ ਨੂੰ। ਉਹ ਜਿਹੜੇ ਇੰਡੀਅਨ ਵਰਕਰਸ ਹੈ ਕੀ ਉਹਦੇ 'ਚ ਇਕੱਲੇ ਮੁਸਲਮਾਨ ਹੈ? ਉਹਦੇ 'ਚ 70% ਹਿੰਦੂ ਆ। ਇਹ ਹੁਣ ਪੁੱਛੋ, ਜਵਾਬ ਦਿਓ ਵੀ ਇਹਦੇ ਨਾਲ ਜੇ ਸਾਡੇ ਦੇਸ਼ ਦਾ ਕਹਿ ਲਓ ਵੀ ਸ਼ਰਮ ਨਾਲ ਸਿਰ ਵੀ ਝੁਕਿਆ, ਇਹਦਾ ਮਤਲਬ ਤੁਸੀਂ ਦੇਸ਼ ਨੂੰ ਦੇਸ਼ ਹੀ ਨਹੀਂ ਮੰਨਦੇ। ਤੁਹਾਡੇ ਲਈ ਦੇਸ਼ ਸਿਰਫ ਉਹ ਲੋਕ ਨੇ ਜਿਹੜੇ ਤੁਹਾਡੇ ਨਾਲ ਕੰਮ ਕਰ ਰਹੇ ਨੇ ਤੇ ਤੁਹਾਡੀ ਰਾਜਨੀਤੀ ਨੂੰ ਅੱਗੇ ਲੈ ਕੇ ਜਾ ਰਹੇ ਨੇ। ਦੇਸ਼ ਦੇ ਵਿੱਚ ਜਦੋਂ ਵੀ ਕੋਈ ਗੜਬੜ ਹੋਏਗੀ, ਮਤਲਬ ਇਕੱਲਾ ਜਿਹੜਾ ਦੰਗਾ ਜਾਂ ਇੱਕ ਦੂਜੇ ਦੇ ਖਿਲਾਫ ਆਰਗੇਨਾਈਜ਼ਡ ਜਿਹੜੇ ਹਮਲੇ ਆਪਣੀ ਥਾਂ ਦੇ ਉੱਤੇ ਆ, ਪਰ ਇਹਦੇ 'ਤੇ ਸਾਡੀ ਇਕੋਨਮੀ 'ਤੇ ਜਿੰਨਾ ਬੁਰਾ ਅਸਰ ਪਏਗਾ ਉਹਦਾ ਸਭ ਤੋਂ ਵੱਧ ਅਸਰ ਕਿਤੇ ਪਏਗਾ? ਕਾਮਨ ਹਿੰਦੂ 'ਤੇ ਪਏਗਾ। ਜੇ ਗਰੀਬੀ ਆ ਦੇਸ਼ ਦੇ ਵਿੱਚ, ਜੇ ਸਾਡਾ 90% ਇੰਡੀਆ ਜਿਹੜਾ ਆ ਉਹ 2 ਵਕਤ ਦੀ ਰੋਟੀ ਨਹੀਂ ਜੁਟਾ ਸਕਦਾ, ਭਾਰਤ ਜਿਹਨੂੰ ਮੈਂ ਕਹਿੰਦਾ 2 ਵਕਤ ਦੀ ਰੋਟੀ ਨਹੀਂ ਜੁਟਾ ਸਕਦਾ, ਤੇ ਉਹ 90% ਜੇ ਆਬਾਦੀ ਦੇ ਲਿਹਾਜ਼ ਨਾਲ ਦੇਖਣਾ ਹੋਵੇ, ਪਾਪੂਲੇਸ਼ਨ ਦੇ ਲਿਹਾਜ਼ ਨਾਲ ਦੇਖਣਾ ਹੋਵੇ, 140 ਕਰੋੜ ਦੇ ਵਿੱਚੋਂ 70% ਤਾਂ ਹਿੰਦੂ ਆ, 70% ਤੋਂ ਵੀ ਜ਼ਿਆਦਾ ਹਿੰਦੂ ਆ। ਕੰਮ ਇੱਥੇ ਕਰਨ ਦੀ ਲੋੜ ਹੈ ਕਿ ਰੌਲਾ ਪਾਉਣ ਦੀ ਲੋੜ ਹੈ। ਇਸ ਕਰਕੇ ਮੈਂ ਸਮਝਦਾ ਕਿ ਭਾਰਤ ਦੀ ਰਾਜਨੀਤੀ ਅੱਜ ਬਹੁਤ ਖਤਰਨਾਕ ਮੋੜ ਤੇ ਖੜੀ ਹੈ। ਭਾਰਤ ਦੀ ਰਾਜਨੀਤੀ ਨੂੰ ਯਾਨੀ ਭਾਰਤ ਨੂੰ ਇੱਕ ਮੁਲਕ ਤਸੱਵਰ ਕਰਨ ਦੇ ਨਾਂ ਦੇ ਉੱਤੇ, ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਦੇ ਨਾਂ ਦੇ ਉੱਤੇ ਭਾਰਤ ਨੂੰ ਵੰਡ ਦਿੱਤਾ ਗਿਆ ਬਹੁਤ ਬੁਰੀ ਤਰ੍ਹਾਂ। ਜੀ ਤੁਸੀਂ ਕਹਿ ਰਹੇ ਹੋ ਕਿ ਕੱਲੀਆਂ ਇਹ 2 ਵਿਅਕਤੀਆਂ ਦੇ ਬੋਲਾਂ ਨੂੰ ਨਹੀਂ ਦੇਖਣਾ ਚਾਹੀਦਾ, ਪੁਰਾਣਾ ਰਿਕਾਰਡ 2014 ਤੋਂ ਲੈ ਕੇ ਹੁਣ ਤੱਕ ਚੱਕ ਲੈਣਾ ਚਾਹੀਦਾ ਹੈ, ਜਾਂ ਉਹਨਾਂ ਦੇ ਭਾਸ਼ਣ ਮੰਤਰੀਆਂ ਦੇ, ਲੀਡਰਾਂ ਦੇ। ਕੀ ਲੱਗ ਰਿਹਾ ਕਿ ਇਸਲਾਮਿਕ ਮੁਲਕਾਂ ਨੇ ਜਿਨ੍ਹਾਂ ਨੇ ਨੋਟਸ ਲਿਆ, ਜਿਨ੍ਹਾਂ ਨੇ ਰਾਜਦੂਤ ਤਲਬ ਕੀਤੇ ਉੱਥੇ, ਕਿ ਉਹ ਉਸ ਗੰਭੀਰਤਾ ਨਾਲ ਵੀ ਇਸ ਮਸਲੇ ਤੱਕ ਆਉਣਾ ਚਾਹੁੰਦੇ ਨੇ? ਕਿਉਂਕਿ ਮੈਨੂੰ ਪਤਾ ਲੱਗ ਰਿਹਾ ਕਿ ਉਹ 2 ਬੰਦਿਆਂ ਦੇ ਸਸਪੈਂਡ ਹੋਣ ਤੇ ਸੈਟੀਸਫਾਈ ਨਹੀਂ ਹੋਏ। ਦੇਖੋ ਮੈਂ ਸਮਝਦਾ ਕਿ ਦੇਖੋ ਇਹ ਮਸਲੇ ਤਾਂ ਖੜੇ ਹੁੰਦੇ ਰਹਿੰਦੇ, ਮੁਲਕਾਂ ਨੂੰ ਇੱਕ ਦੂਜੇ ਦੀ ਜ਼ਰੂਰਤ ਰਹਿੰਦੀ ਹੈ। ਭਾਰਤ ਨੂੰ ਬਹੁਤ ਸੀਰੀਅਸਲੀ ਇਸ ਇਸ਼ੂ ਨੂੰ ਜਿਹੜਾ ਆ ਹੁਣ ਡਿਬੇਟ 'ਚ ਲਿਆਉਣਾ ਚਾਹੀਦਾ। ਦੂਜੀ ਗੱਲ ਹੈ ਉਹਦੀ ਇੱਕ ਦਿਖਾਵੇ ਦੀ ਕਾਰਵਾਈ ਹੋਰ ਕੀਤੀ ਗਈ, ਕਹਿੰਦੇ ਅਸੀਂ ਲਿਸਟਿੰਗ ਕਰ ਲਈ ਆ ਜੀ।
2014 ਤੋਂ ਬਾਅਦ ਹੁਣ ਤੱਕ ਜਿੰਨੇ ਵੀ ਵਿਵਾਦਗ੍ਰਸਤ ਬਿਆਨ ਆਏ ਆ ਉਹ ਮਤਲਬ ਅਸੀਂ ਲਿਸਟਿੰਗ ਕਰ ਲਈ ਹੈ ਤੇ ਉਹਦੇ 'ਚ 27 ਬੰਦੇ ਜਿਹੜੇ ਆ ਅਸੀਂ ਲੱਭ ਲਿਆ ਵੀ ਇਹ ਬੰਦੇ ਜਿਹੜੇ ਆ ਬਾਰ-ਬਾਰ ਇੱਦਾਂ ਦੀਆਂ ਗੱਲਾਂ ਕਰਦੇ ਆ। ਕੀ ਉਹ 27 ਬੰਦਿਆਂ ਦੇ ਉੱਤੇ ਕਾਰਵਾਈ ਹੋਏਗੀ? ਕਿ ਉਹ 27 ਬੰਦੇ ਜਿਹੜੇ ਆ ਇੱਦਾਂ ਸਸਪੈਂਡ ਕੀਤੇ ਜਾਣਗੇ? ਹੈ ਹਿੰਮਤ ਭਾਰਤੀ ਜਨਤਾ ਪਾਰਟੀ 'ਚ? ਕੀ ਭਾਰਤੀ ਜਨਤਾ ਪਾਰਟੀ ਆਪਣੇ ਹੀ ਗ੍ਰਹਿ ਮੰਤਰੀ ਦੇ ਖਿਲਾਫ ਐਕਸ਼ਨ ਲਏਗੀ? ਉਹਨਾਂ 27 'ਚ ਨਾਂ ਨਹੀਂ ਹੋਣਾ। ਕਿਉਂ ਨਹੀਂ ਹੈਗਾ ਫਿਰ ਕੀ ਭਾਰਤ ਦੇ ਪ੍ਰਧਾਨ ਮੰਤਰੀ ਖੁਦ ਇਸ ਗੱਲ ਨੂੰ ਮੰਨਣਗੇ ਵੀ ਮੈਂ ਜਿਹੜੀ ਗੱਲ ਕਹੀ ਸੀ ਗਲਤ ਕਹੀ ਸੀ? ਸੋ ਇਹ ਜਿਹੜੀਆਂ ਗੱਲਾਂ ਕਰਨੀਆਂ ਹੋਰ ਗੱਲ ਹੈ, ਇਨ ਪ੍ਰੈਕਟਿਸ ਦੇਖਣ ਵਾਲੀ ਗੱਲ ਹੁੰਦੀ ਹੈ। ਇਨ ਪ੍ਰੈਕਟਿਸ ਉਹਨਾਂ ਦੀ ਰਾਜਨੀਤੀ ਦੀ ਇਹ ਲੋੜ ਹੈ। ਪਰ ਸਾਰੇ ਸੰਸਾਰ 'ਚ ਜਦੋਂ ਤੁਸੀਂ ਵਿਚਰਦੇ ਹੋ, ਜਦੋਂ ਇੱਕ ਮੁਲਕ ਨੂੰ ਲੈ ਕੇ ਤੁਸੀਂ ਦੂਜੇ ਮੁਲਕ ਦੇ ਨਾਲ ਰਿਲੇਸ਼ਨ ਦਾ ਜਦੋਂ ਇਸ਼ੂ ਹੁੰਦਾ, ਜੇ ਤੁਹਾਡੀ ਫੋਰਨ ਪਾਲਿਸੀ ਦਾ ਇਸ਼ੂ ਹੁੰਦਾ, ਤਾਂ ਤੁਹਾਨੂੰ ਮਜਬੂਰੀ ਦੇ ਵਿੱਚ ਇੱਕ ਸਟੈਪ ਪਿੱਛੇ ਨੂੰ ਕਰਨਾ ਪੈਂਦਾ। ਪਰ ਤੁਹਾਡੀ ਆਪਣੀ ਰਾਜਨੀਤੀ ਤੋਂ ਤੁਸੀਂ ਪਿੱਛੇ ਨਹੀਂ ਹਟ ਸਕਦੇ, ਕਿਉਂਕਿ ਇਹ ਰਾਜਨੀਤੀ ਹੀ ਤੁਹਾਨੂੰ ਭਾਈਚਾਰਿਆਂ 'ਚ ਵੰਡ ਦੀ ਰਾਜਨੀਤੀ ਹੀ ਤੁਹਾਨੂੰ ਸੱਤਾ 'ਚ ਲੈ ਕੇ ਆਈ ਹੈ। ਸੁਸ਼ੀਲ ਜੀ, ਕੋਈ ਗੁਰੂ ਸਾਹਿਬ ਬਾਰੇ ਉਲਟ ਬੋਲ ਦਿੰਦਾ, ਕੋਈ ਬਾਣੇ ਬਾਰੇ ਉਲਟ ਬੋਲ ਦਿੰਦਾ, ਕੋਈ ਸ਼ਿਵ ਜੀ ਬਾਰੇ, ਰਾਮ ਬਾਰੇ ਉਲਟ ਬੋਲ ਦਿੰਦਾ, ਕੋਈ ਪੈਗੰਬਰਾਂ ਬਾਰੇ ਉਲਟ ਬੋਲ ਰਿਹਾ, ਮੁਹੰਮਦ ਜੀ ਬਾਰੇ ਜਿਵੇਂ ਹੁਣ ਇਹ ਬੋਲਿਆ। ਇਸ ਮਸਲੇ ਤੇ ਕੀ ਸਿਰਫ ਜਿਹੜੀ ਧਿਰ ਬਾਰੇ ਬੋਲਿਆ ਜਾਵੇ ਉਸ ਧਿਰ ਨਾਲ ਸੰਬੰਧਿਤ ਲੋਕ ਇਹ ਬੋਲਣ? ਅੱਜ ਜੇ ਇਸਲਾਮ ਦਾ ਮਸਲਾ ਤਾਂ ਸਿਰਫ ਇਸਲਾਮਿਕ ਮੁਲਕ ਦੇ ਬੋਲਣਾ ਹੀ ਫਰਜ਼ ਹੈ, ਬਾਕੀ ਇਨਸਾਨੀ ਦੇ ਨਾਤੇ ਬਾਕੀ ਮੁਲਕਾਂ ਦਾ ਬੋਲਣਾ ਫਰਜ਼ ਨਹੀਂ। ਜਦੋਂ ਹਿੰਦੂ ਧਰਮ ਦੇ ਕਿਸੇ ਦੇਵੀ ਦੇਵਤਾ ਬਾਰੇ ਜਾਂ ਪਾਕਿਸਤਾਨ 'ਚ ਜਿਵੇਂ ਘਟਨਾਕ੍ਰਮ ਵਾਪਰਦੀਆਂ ਸਿੱਖ ਭਾਈਚਾਰੇ ਜਾਂ ਹਿੰਦੂ ਭਾਈਚਾਰੇ ਨੂੰ ਨਿਸ਼ਾਨ, ਉਸ ਸਮੇਂ ਕੀ ਸਿਰਫ ਹਿੰਦੂ ਮੁਲਕਾਂ ਦਾ ਹੀ ਬੋਲਣਾ ਫਰਜ਼ ਹੈ, ਬਾਕੀ ਮੁਲਕਾਂ ਦਾ ਨਹੀਂ? ਸੋ ਕੀ ਇਹ ਵੀ ਇਸ ਮੌਕੇ ਵੀ ਤਾਕਤ ਦਿਖਾਉਣ ਦੀ ਲੋੜ ਨਹੀਂ ਤਾਂ ਕਿ ਅਜਿਹੀਆਂ ਘਟਨਾਵਾਂ ਵਾਪਰ ਰਹੇ ਨੇ ਨਾ? ਦੇਖੋ, ਬਿਲਕੁਲ ਤੁਹਾਡਾ ਵਾਜਬ ਸਵਾਲ ਹੈ, ਪਰ ਇਹਦੇ 'ਚ ਮੈਂ ਦੇਖ ਰਿਹਾ ਸੀ ਵੀ ਇਹਦਾ UN ਨੇ ਵੀ ਨੋਟਿਸ ਲਿਆ। ਭਾਵੇਂ UN ਦੀ ਰੀੜ੍ਹ ਦੀ ਹੱਡੀ ਹੁਣ ਹੈ ਨਹੀਂ, ਪਰ ਉਹਦੇ ਬਾਵਜੂਦ UN ਨੇ ਵੀ ਇਹਦਾ ਨੋਟਿਸ ਲਿਆ। ਬਾਕੀ ਮੁਲਕਾਂ ਨੂੰ ਵੀ ਇਹਦੇ 'ਤੇ ਲਾਜ਼ਮੀ ਤੌਰ ਦੇ ਉੱਤੇ ਰਿਐਕਟ ਨਹੀਂ ਇਕੱਲਾ ਕਰਨਾ ਚਾਹੀਦਾ। ਇੱਦਾਂ ਦੀਆਂ ਸੰਭਾਵਨਾਵਾਂ ਜਿਹੜੀਆਂ ਬਣ ਰਹੀਆਂ, ਜਿਹੜੀ ਵੱਖ-ਵੱਖ ਮੁਲਕਾਂ ਦੇ ਵਿੱਚ ਜਿਸ ਕਿਸਮ ਦੀ ਸਿਚੁਏਸ਼ਨਸ ਜਿਹੜੀਆਂ ਕ੍ਰੀਏਟ ਹੋ ਰਹੀਆਂ ਜਾਂ ਕ੍ਰੀਏਟ ਕੀਤੀਆਂ ਜਾ ਰਹੀਆਂ, ਉਹਦੇ 'ਚ ਉੱਥੋਂ ਦੀਆਂ ਸਰਕਾਰਾਂ ਨੂੰ ਬਹੁਤ ਸਿੰਸੈਰਿਟੀ ਦੇ ਨਾਲ ਇਹ ਚੀਜ਼ਾਂ ਦੇਖਣੀਆਂ ਪੈਣਗੀਆਂ। ਕਿਉਂਕਿ ਅਸੀਂ ਜਿਹੜਾ ਕੂੜਾ ਕਰਕਟ ਜਿਹੜਾ ਆ, ਜਿੱਥੇ ਵੀ ਅਸੀਂ ਗਏ ਆ, ਇਸ ਤਰ੍ਹਾਂ ਦੇ ਲੋਕ ਜਿਹੜੇ ਜਿੱਥੇ ਵੀ ਗਏ, ਉਹ ਕੂੜਾ ਕਰਕਟ ਜਿਸ ਮੁਲਕ 'ਚ ਵੀ ਗਏ ਆ ਨਾਲ ਲੈ ਕੇ ਗਏ ਆ। ਉਹਨਾਂ ਮੁਲਕਾਂ ਵਾਸਤੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੱਦਾਂ ਦੇ ਖਤਰੇ ਜਿਹੜੇ ਲਾਜ਼ਮੀ ਤੌਰ 'ਤੇ ਖੜੇ ਹੋ ਜਾਣੇ ਆ। ਤੁਸੀਂ ਦੇਖੋ, ਨੂਪੁਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਦੇ ਇਸ਼ੂ ਦੇ ਉੱਤੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਹੀ ਨੂਪੁਰ ਸ਼ਰਮਾ ਜਾਂ ਨਵੀਨ ਕੁਮਾਰ ਜਿੰਦਲ ਦੇ ਹਮਾਇਤੀ ਜਿਹੜੇ ਆ 1.25 ਲੱਖ ਟਵੀਟ ਕਰ ਚੁੱਕੇ ਆ। 1.25 ਲੱਖ ਟਵੀਟ ਹੋ ਚੁੱਕੇ ਆ ਸਮਰਥਨ ਦੇ ਵਿੱਚ, ਨੂਪੁਰ ਸ਼ਰਮਾ ਦੇ ਸਮਰਥਨ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਸਸਪੈਂਡ ਕਰਕੇ ਗਲਤ ਕੀਤਾ। ਉਹ ਕੌਣ ਕਰ ਰਿਹਾ? ਉਹ ਕੌਣ ਕਰ ਰਿਹਾ? ਇਹਦਾ ਮਤਲਬ ਹੈ ਕਿ ਜਿਹੜੇ ਬਾਕੀ 27 ਆ ਜਾਂ ਬਾਕੀ ਓਵਰਆਲ ਜਿਹੜਾ ਉਹਨਾਂ ਤੇ ਕਾਰਵਾਈ ਰੋਕਣ ਦੀ ਇੱਕ ਪੂਰੀ ਦੀ ਪੂਰੀ ਕਵਾਇਦ ਹੈ, ਇਹ ਜੇ ਕਸਰਤ ਹੈ, ਐਕਸਰਸਾਈਜ਼ ਹੈ ਵੀ ਭਾਈ, ਨਹੀਂ ਤਾਂ ਫਿਰ ਤੁਹਾਡੇ ਖਿਲਾਫ ਹੋਰ ਮਾਹੌਲ ਬਣੇਗਾ। ਆਪ ਹੀ ਉਹਨਾਂ ਦੇ IT ਸੈੱਲ ਆਪ ਹੀ ਕਰ ਰਿਹਾ ਸਾਰਾ ਕੁਝ, ਤਾਂ ਜੋ ਉਹਨਾਂ ਤੇ ਸਖਤ ਕਾਰਵਾਈ ਨਾ ਹੋਵੇ। ਤਾਂ ਵੱਡਾ ਸਵਾਲ ਇਹ ਹੈ ਵੀ ਤੁਹਾਡਾ ਇੰਨਾ ਕੁ ਕੰਮ ਹੈ ਵੀ ਤੁਸੀਂ ਠੀਕ ਹੈ ਉਹਨਾਂ ਨੂੰ ਸਸਪੈਂਡ ਕਰਤਾ ਭਾਰਤੀ ਜਨਤਾ ਪਾਰਟੀ ਦੀ ਮੈਂਬਰਸ਼ਿਪ ਤੋਂ, ਕਾਨੂੰਨੀ ਕਾਰਵਾਈ ਕਿਉਂ ਨਹੀਂ ਕਰਵਾਈ ਗਈ? ਕਿਉਂ ਨਹੀਂ ਹੋਈ? ਪੁਲਿਸ ਦਾ ਕੇਸ ਦਰਜ ਕਿਉਂ ਨਹੀਂ ਹੋਇਆ? ਹਾਲੇ ਤਾਂ FIR ਦਰਜ ਕਿਉਂ ਨਹੀਂ ਹੋਈ? ਕਿਉਂ ਨਹੀਂ ਹੋਈ ਬਈ? ਭਾਵੇਂ ਹੁਣ ਖਬਰ ਆ ਰਹੀ ਹੈ ਕਿ ਦਿੱਲੀ ਪੁਲਿਸ ਨੇ ਕੋਈ ਕੇਸ ਦਰਜ ਕੀਤਾ, ਪਰ ਉਹ FIR ਨਹੀਂ ਹੈ। FIR ਨਹੀਂ ਹੈ। ਉਹ ਸਧਾਰਨ ਮਾੜਾ ਮੋਟਾ ਕੇਸ ਦਰਜ ਕਰਕੇ ਮਤਲਬ ਹੌਲੀ ਹੌਲੀ ਜਿਹੜੀਆਂ ਚੀਜ਼ਾਂ ਹੁੰਦੀਆਂ ਉਹਨਾਂ ਨੂੰ ਥਾਂ ਸਿਰ ਕਰ ਦਿੱਤਾ ਜਾਏਗਾ। 2-4 ਦਿਨ ਰੌਲਾ ਪਏਗਾ, ਮੀਡੀਆ 2-4 ਦਿਨ ਇਹਦੇ 'ਤੇ ਗੱਲਾਂ ਕਰੇਗਾ, ਡਿਬੇਟ ਕਰੇਗਾ, ਬਾਕੀ ਸਾਰੀਆਂ ਚੀਜ਼ਾਂ ਉੱਦਾਂ ਹੀ ਰਹਿ ਜਾਣਗੀਆਂ। ਪਹਿਲੇ ਜਿਹੜੇ ਮਾਮਲੇ ਇੱਦਾਂ ਪਏ ਆ, ਮਤਲਬ ਮੀਡੀਆ ਟਰਾਇਲ ਜਿਹੜੇ ਕਰਵਾਏ ਜਾਂਦੇ ਆ, ਉਹ ਵੀ ਸੋਚ ਸਮਝ ਕੇ ਪਲਾਂਟ ਤਰੀਕੇ ਨਾਲ ਕਰਵਾਏ ਜਾਂਦੇ ਆ। ਮੀਡੀਆ 'ਤੇ ਜਿਹੜਾ ਅੱਗੇ ਵੀ ਇੱਕ ਦਿਨ ਚਰਚਾ ਕੀਤੀ ਸੀ, ਜਿਹੜਾ ਸਾਡਾ ਕਹਿੰਦੇ ਮੀਡੀਆ ਚੌਥਾ ਥੰਮ ਜਿਹੜਾ ਉਹ ਹਿੱਲ ਚੁੱਕਾ ਪੂਰੀ ਤਰ੍ਹਾਂ, ਉਹ ਵਿਕ ਚੁੱਕਾ ਪੂਰੀ ਤਰ੍ਹਾਂ ਵਿਕ ਚੁੱਕਾ। 99% ਮੀਡੀਆ ਜਿਹੜਾ ਆ ਉਹ ਹੁਣ ਮਾਸ ਮੀਡੀਆ ਦੇ ਵਿੱਚ ਬਿਲਕੁਲ ਨਹੀਂ ਹੋਣਾ। ਮਾਸ ਮੀਡੀਆ ਤਾਂ ਕਦੀ ਵੀ ਨਹੀਂ ਰਿਹਾ ਵੈਸੇ, ਪਰ ਇਹ ਵੀ ਇੱਕ ਤੁਹਾਡੇ ਕੋਲ ਥੋੜ੍ਹੀ ਤਾਂ ਸਮਝਦਾਰੀ ਚਾਹੀਦੀ ਹੈ ਵੀ ਤੁਸੀਂ ਕਿਸੇ ਮਸਲੇ ਦੇ ਉੱਤੇ ਘੱਟੋ ਘੱਟ ਜਿਹੜੀ ਭਾਈਚਾਰਿਆਂ 'ਚ ਪਾੜ ਪਾਉਣ ਦੀ ਜਿਹੜੀ ਪੋਲੀਟਿਕਸ ਹੈ ਉਹਨੂੰ ਤਾਂ ਤੁਸੀਂ ਰੱਦ ਕਰੋ ਨਾ। ਉਹ ਰੱਦ ਕਰਨ ਦੀ ਥਾਂ ਦੇ ਉੱਤੇ ਤੁਸੀਂ ਪੀਪ ਨਹੀਂ ਵਜਾਉਂਦੇ ਹੋ ਜੀ, ਤੁਸੀਂ ਔਰਗਨ ਬਣ ਜਾਂਦੇ ਹੋ। ਮਤਲਬ ਸੱਤਾ ਦੇ ਔਰਗਨ ਹੈ ਇਸ ਵੇਲੇ, ਸੱਤਾ ਦੇ ਬਾਜੇ ਆ ਨਾ ਇਹ। ਮਤਲਬ ਮੀਡੀਆ ਹਾਊਸ, ਜਿਹੜੇ ਵੱਡੇ ਮੀਡੀਆ ਹਾਊਸ, ਉਹ ਸੱਤਾ ਦੇ ਬਾਜੇ ਆ। ਉਹ ਜਿਹੜਾ ਮੀਡੀਆ ਹਾਊਸ ਦੇ ਓਨਰਸ ਜਿਹੜੇ ਆ, ਉਹ ਓਨਰਸ ਜਿਹੜੇ ਆ ਇਹ ਸਰਕਾਰ ਨੂੰ ਜਿਹੜਾ ਹੈ ਕਿਸਮ ਦੇ ਚਲਾ ਰਹੇ ਆ। ਠੀਕ ਹੈ। ਇੱਧਰ ਪੰਜਾਬ ਦੇ ਵਿੱਚ ਵੀ ਬਹੁਤ ਉਥਲ ਪੁਥਲ ਆ, ਚਾਹੇ ਉਹ ਪੁਰਾਣੇ ਰਾਜਨੀਤਿਕ ਲੀਡਰਾਂ ਤੇ ਘਪਲਿਆਂ ਨੂੰ ਲੈ ਕੇ ਹੋਵੇ। ਕਹਿੰਦੇ ਕਿ ਸਾਬਕਾ ਇੱਕ ਮੰਤਰੀ ਗ੍ਰਿਫਤਾਰ ਕਰ ਲਿਆ, ਦੂਏ ਦੀ ਤਿਆਰੀ ਹੈ, ਕੁਝ ਹੋਰ ਦੀ ਬਾਰੀ ਹੈ, ਤੇ ਕੁਝ ਉਧਰ BJP ਚੱਕ ਕੇ ਕਹਿੰਦੇ ਆਪਣੀ ਚਮੜੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਉਹਨਾਂ ਦੀਆਂ ਫਾਈਲਾਂ ਵੀ ਤਿਆਰ ਸੀਗੀਆਂ, ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਹੋ ਸਕਦੀ। ਇਹੋ ਜਿਹੀਆਂ ਕਿੰਨੀਆਂ ਕਨਸੋਂ ਆ ਰਹੀਆਂ ਨੇ। ਕੀ ਲੱਗਦਾ ਕਿ ਪੰਜਾਬ ਸਰਕਾਰ ਸਿਰਫ ਇੱਕ 2-2 ਸੰਕੇਤਕ ਤੌਰ 'ਤੇ ਕਾਰਵਾਈਆਂ ਕਰ ਰਹੀ ਹੈ, ਜਾਂ ਇਹ ਧਿਆਨ 'ਚ ਜੂਨ ਜਿਹੜਾ 23 ਜੂਨ ਨੂੰ ਵੋਟਾਂ ਪੈਣੀਆਂ ਉਹਨੂੰ ਧਿਆਨ 'ਚ ਰੱਖ ਕੇ ਕਾਰਵਾਈ ਹੈ? ਐਕਸ਼ਨ ਕਦੋਂ ਕਰਨਾ, ਜਦੋਂ ਲੋੜ, ਜਾਂ ਸੱਚਮੁੱਚ ਪਿਛਲੇ 20 ਸਾਲਾਂ ਦਾ ਕਾਰਜਕਾਲ 2 ਵਾਰ ਲਗਾਤਾਰ ਅਕਾਲੀਆਂ ਦਾ, ਇੱਕ ਕੈਪਟਨ ਦਾ ਪਹਿਲਾਂ ਤੇ ਇੱਕ ਹੁਣ ਵਾਲਾ, ਪੂਰਾ ਫਰੋਲਿਆ ਜਾਏਗਾ? ਦੇਖੋ, ਮੈਂ ਕੱਲ੍ਹ ਕੁਦਰਤਨ ਪੰਜਾਬ ਦੇ 3 ਕੈਬਨਿਟ ਮਿਨਿਸਟਰ ਜਿਹੜੇ ਉਹਨਾਂ ਨਾਲ ਮੇਰੀ ਮੁਲਾਕਾਤ ਹੋਈ ਹੈ।
ਉਹਨਾਂ ਨਾਲ ਮੈਂ ਇਦਾਂ ਦੀਆਂ 2-4 ਗੱਲਾਂ ਵੈਸੇ ਇਨਫੋਰਮਲ ਕੀਤੀਆਂ ਸੀ, ਕੋਈ ਮੈਂ ਇੰਟਰਵਿਊ ਨਹੀਂ ਸੀ ਕਰਨ ਗਿਆ, ਵੈਸੇ ਗਿਆ ਸੀ। ਤੇ ਉਹਨਾਂ ਨੂੰ ਮੈਂ ਸਾਰੀਆਂ ਗੱਲਾਂ ਕੀਤੀਆਂ। ਉਹ ਕਹਿੰਦੇ ਵੀ ਗੱਲ ਇਹ ਆ, ਪ੍ਰੋਬਲਮ ਇਹ ਹੈ ਵੀ ਜਿੱਦਾਂ ਕੁਲਦੀਪ ਸਿੰਘ ਬੈਠੇ ਸੀਗੇ ਉੱਥੇ, ਧਾਲੀਵਾਲ ਬੈਠੇ, ਮੈਂ ਕਿਹਾ ਜੀ ਕਿਵੇਂ ਤੁਹਾਡੀ ਕੰਪੇਨ ਕਿਵੇਂ ਚੱਲ ਰਹੀ ਹੈ? ਕਹਿੰਦੇ ਬਹੁਤ ਵਧੀਆ ਚੱਲ ਰਹੀ ਹੈ, 4600 ਏਕੜ ਹੁਣ ਤੱਕ ਹੋ ਚੁੱਕਾ, ਜਿਹੜਾ ਅਸੀਂ ਕਬਜ਼ਾ ਛਡਾ ਲਿਆ। ਉਹ ਕਹਿੰਦੇ ਵੀ ਇਹਦੇ 'ਚ ਕੁਝ ਲੋਕਾਂ ਨੇ ਖੁਦ ਇਹਦੇ 'ਚ ਆਪ ਸਾਹਮਣੇ ਆਏ ਨੇ, ਪਰ ਕਹਿੰਦੇ ਗੜ ਕੇ ਇੰਨਾ ਕੁਝ ਗਿਆ, ਮਤਲਬ ਅਸੀਂ ਕਰਨਾ ਚਾਹੁੰਦੇ ਹਾਂ ਥੱਲੇ, ਮਤਲਬ ਉਸ ਢੰਗ ਨਾਲ ਹੋ ਨਹੀਂ ਪਾ ਰਿਹਾ। ਓਵਰਨਾਈਟ ਉਹਨਾਂ ਦੇ ਕਹਿਣ ਤੋਂ ਬਿਨਾਂ ਮੈਂ ਵੀ ਕਿਹਾ ਵੀ ਓਵਰਨਾਈਟ ਕੁਝ ਵੀ ਪੋਸੀਬਲ ਨਹੀਂ ਹੈ। ਅਸੀਂ ਇਹ ਉਮੀਦ ਨਹੀਂ ਕਰ ਸਕਦੇ ਕਿ ਸਾਧੂ ਸਿੰਘ ਧਰਮਸੋਤ ਜਾਂ ਸੰਗਤ ਸਿੰਘ ਗਿੱਲ ਜੀਆਂ ਜਾਂ ਆਪਣੇ ਹੀ ਮੰਤਰੀ ਜਿਹੜਾ ਉਹਨਾਂ ਦਾ ਵਿਜੇ ਸਿੰਗਲਾ, ਉਹਨਾਂ 'ਤੇ ਐਕਸ਼ਨ ਵਾਂਗ ਹੀ ਇਮੀਡੀਏਟ ਓਵਰਨਾਈਟ ਸਾਰਿਆਂ 'ਤੇ ਐਕਸ਼ਨ ਹੋ ਜਾਵੇ। ਅਕਸਰ ਉਹਦਾ ਇੱਕ ਪ੍ਰੋਸੀਜਰ ਹੈ ਲਾਜ਼ਮੀ ਤੌਰ ਦੇ ਉੱਤੇ, ਉਹਦੇ ਮੁਤਾਬਕ ਹੀ ਸਾਰਾ ਕੁਝ ਹੋਣਾ। ਦੇਖੋ ਮੈਂ ਇਹ ਸਮਝਦਾ ਕਿ ਭਾਵੇਂ ਸਿਧਾਂਤਕ ਤੌਰ ਦੇ ਉੱਤੇ, ਮਤਲਬ ਆਈਡੀਓਲੋਜੀਕਲ ਤੌਰ ਦੇ ਉੱਤੇ ਆਮ ਆਦਮੀ ਪਾਰਟੀ ਜਿਹੜੀ ਹੈ, ਜਿਹੜਾ ਮੈਂ ਸ਼ੁਰੂ ਤੋਂ ਮੇਰੀ ਆਪਣਾ ਸਮਝਦਾਰੀ ਹੈ, ਆਈਡੀਓਲੋਜਿਕ ਲੈਵਲ ਦੇ ਉੱਤੇ ਭਾਰਤੀ ਆਪਣੀ ਆਮ ਆਦਮੀ ਪਾਰਟੀ ਜਿਹੜੀ ਆ ਉਹ ਸਮੂਥ ਨਹੀਂ ਹੈ ਇਸ ਵੇਲੇ, ਕਿਉਂਕਿ ਬਹੁਤ ਸਾਰੇ ਲੋਕ ਇੱਧਰੋਂ ਉੱਧਰੋਂ ਆਏ ਹੋਏ ਨੇ, ਕੋਈ ਇੱਕ ਆਈਡੀਓਲੋਜੀ 'ਤੇ ਉਹ ਕੰਮ ਨਹੀਂ ਕਰ ਰਹੀ। ਪਰ ਉਹਦੇ ਬਾਵਜੂਦ ਇੱਕ ਓਨੈਸਟੀ ਜਿਹੜੀ ਉੱਪਰਲੀ ਟੌਪ ਦੀ ਲੀਡਰਸ਼ਿਪ ਉਹਦੇ 'ਚ ਦਿਖਾਈ ਦੇ ਰਹੀ ਹੈ। ਸਵਾਲ ਜਿਹੜਾ ਮੈਂ ਤੁਹਾਨੂੰ ਯਾਦ ਹੋਣਾ ਪਹਿਲੇ ਦਿਨ ਤੋਂ ਮੈਂ ਸਵਾਲ ਉਠਾਉਂਦਾ ਆ ਰਿਹਾ ਵੀ ਤੁਸੀਂ ਜਿਹੜੀ ਉਹ ਲੌਬੀ ਹੈ ਉਹਨੂੰ ਕਿੱਦਾਂ ਡੀਲ ਕਰਨਾ ਹੈ, ਕਿਉਂਕਿ ਸਰਕਾਰਾਂ ਚਲਾਉਣਾ ਜਿਹੜਾ ਇੱਕ ਪੂਰੇ ਦਾ ਪੂਰਾ ਇੱਕ ਕਸਿਆ ਹੋਇਆ ਰਿਕਾਰਡ ਹੋ ਚੁੱਕਾ, ਚਾਹੇ ਉਹ ਬਾਦਲਾਂ ਦੀ 5 ਵਾਰ ਸਰਕਾਰ ਰਹੀ ਹੋਵੇ, 2 ਵਾਰ ਕੈਪਟਨ ਅਮਰਿੰਦਰ ਦੀ ਸਰਕਾਰ ਰਹੀ ਹੋਵੇ, ਕਿਸੇ ਦੀ ਵੀ ਸਰਕਾਰ ਰਹੀ ਹੋਵੇ, ਪ੍ਰਤਾਪ ਸਿੰਘ ਕਹਿਰੋਂ ਤੋਂ ਲੈ ਕੇ ਗੁਰਮੁਖ ਸਿੰਘ ਮੁਸਾਫਰ ਤੋਂ ਲੈ ਕੇ ਭਗਵੰਤ ਮਾਨ ਤੱਕ, ਤਾਂ ਭਗਵੰਤ ਮਾਨ ਤਾਂ ਹੁਣ ਹੋਏ ਆ, ਇਹਨਾਂ ਨੂੰ ਚਲਾਇਆ ਕਿਹਨਾਂ ਨੇ? ਸਰਕਾਰਾਂ ਨੂੰ ਉਹ ਲੌਬੀ ਚਲਾਉਂਦੀ ਹੈ, ਅਫਸਰਸ਼ਾਹੀ ਚਲਾਉਂਦੀ ਹੈ, ਬਿਊਰੋਕਰੇਸੀ ਦੇ ਨਾਲ ਡੀਲ ਕਰਨਾ ਮੈਨੂੰ ਲੱਗਦਾ ਅੱਜ ਦੀ ਸਰਕਾਰ ਦੇ ਸਾਹਮਣੇ ਸਭ ਤੋਂ ਵੱਡਾ ਚੈਲੰਜ ਹੈ। ਵੀ ਉਹ ਜਿਹੜਾ ਸਾਰਾ ਕੁਝ ਜਿਹੜਾ ਚੱਲ ਰਿਹਾ ਸੀ ਉਹ ਜਦੋਂ ਬ੍ਰੇਕ ਹੋਏਗਾ, ਅੱਜ ਫਿਰ ਤੁਹਾਨੂੰ ਪਤਾ ਕੱਲ ਸਟ੍ਰਾਈਕ ਹੋਈ ਆ ਆਪਣੇ, ਈਵਨ ਜਿਹੜੇ ਆਫਿਸ ਕਲਰਕ ਜਿਹੜੇ ਆ ਉਹ ਵੀ ਰੈਵਨਿਊ ਜਿਹੜੇ ਅਫਸਰਾਂ ਦੀ ਸਟ੍ਰਾਈਕ ਦੇ ਵਿੱਚ ਸ਼ਾਮਲ ਹੋ ਗਏ। ਉਹ ਸਾਰੀਆਂ ਚੀਜ਼ਾਂ ਜਦੋਂ ਬ੍ਰੇਕ ਹੋਣਗੀਆਂ, ਜਿਹੜਾ ਚੱਲਦਾ ਕਾਰੋਬਾਰ ਬੰਦ ਹੋਏਗਾ, ਉਹ ਕਾਰੋਬਾਰ ਬੰਦ ਹੁੰਦਾ ਕਿੱਦਾਂ ਉਹ ਬਰਦਾਸ਼ਤ ਕਰੇਗਾ? ਸੋ ਇੱਕ ਕਲੀਨ ਐਂਡ ਸਵੀਪ ਵਾਲਾ ਜਿਹੜਾ ਮਸਲਾ ਨਾ, ਇਹ ਬੜਾ ਔਖਾ ਆ। ਇਹ 2-4 ਮਹੀਨੇ ਤੱਕ ਬਹੁਤ ਥੋੜ੍ਹੀ ਗੱਲ ਹੈ, 5 ਸਾਲ ਇਹ ਲੱਗਣਗੇ ਤਾਂ ਵੀ ਥਾਂ ਸਿਰਣੀ ਬਹੁਤੀਆਂ ਚੀਜ਼ਾਂ ਆ ਸਕਣੀਆਂ। ਬਾਕੀ ਇਹ ਦੇਖੋ ਸਾਧੂ ਸਿੰਘ ਧਰਮਸੋਤ ਹੋਇਆ, ਸੰਗਤ ਸਿੰਘ ਗਿੱਲ ਜੀਆਂ ਹੋਇਆ ਜਾਂ ਵਿਜੇ ਸਿੰਗਲਾ ਹੋਇਆ, ਪਰ ਇਹ ਜ਼ਰੂਰ ਹੈ ਕਿ ਇਹਨੂੰ ਇੱਦਾਂ ਨਹੀਂ ਤੁਸੀਂ ਦੇਖ ਸਕਦੇ ਸਾਧੂ ਸਿੰਘ ਧਰਮਸੋਤ ਵਾਲੇ ਮਸਲੇ ਨੂੰ ਵੀ ਇਹ ਇਮੀਡੀਏਟ ਸਰਕਾਰ ਨੇ ਕੁਝ ਕਰ ਦਿੱਤਾ ਹੈ। ਜਦੋਂ DFO ਇੱਕ ਗ੍ਰਿਫਤਾਰ ਹੁੰਦਾ, ਡਿਸਟ੍ਰਿਕਟ ਫਾਰੈਸਟ ਆਫਿਸਰ ਗ੍ਰਿਫਤਾਰ ਹੁੰਦਾ, ਜਦੋਂ ਉਹਦੇ 'ਤੇ ਵਿਜੀਲੈਂਸ ਬਿਊਰੋ ਉਹਦੇ ਤੋਂ ਪੁੱਛਗਿੱਛ ਕਰਦਾ, ਤੇ ਫਿਰ ਜਦੋਂ ਪਤਾ ਲੱਗਦਾ ਵੀ ਇੱਕ ਦਰਖਤ ਦਾ 500 ਰੁਪਈਆ ਭਾਈ ਮੰਤਰੀ ਨੂੰ ਜਾਂਦਾ ਸੀ, ਜਿਹੜੀ ਨਜਾਇਜ਼ ਕਟਾਈ ਹੈ, ਇੱਕ ਦਰਖਤ ਦਾ 1000 ਰੁਪਏ ਹੁੰਦਾ ਸੀ, 500 ਰੁਪਈਆ ਸਿੱਧਾ ਮੰਤਰੀ ਨੂੰ ਜਾਂਦਾ ਸੀ, ਤੇ 300 ਰੁਪਈਆ DFO ਨੂੰ ਜਾਂਦਾ ਸੀ, 200 ਰੁਪਈਆ ਉਹਦੇ ਸਹਾਇਕ ਨੂੰ ਜਾਂਦਾ ਸੀ, 100 ਰੁਪਈਆ ਗਾਰਡ ਨੂੰ ਜਾਂਦਾ ਸੀ, 1000 ਰੁਪਈਆ ਇਦਾਂ ਵੰਡਿਆ ਜਾਂਦਾ ਸੀ। ਜਦੋਂ ਮੈਂ ਪੜ੍ਹ ਰਿਹਾ ਸੀ ਜਾਂ ਸੁਣ ਰਿਹਾ ਸੀ, ਮੈਂ ਸੋਚਿਆ ਯਾਰ 500 ਰੁਪਏ ਲਈ ਮੰਤਰੀ ਵਿਕ ਗਿਆ। ਫਿਰ ਮੈਂ ਸੋਚਿਆ ਜੇ 35000 ਦਰਖਤ ਹੈ ਭਾਈ, 35000 ਨੂੰ 500 ਨੂੰ ਗੁਣਾ ਕਰ ਲਓ, 2.25 ਕਰੋੜ ਰੁਪਈਆ ਬਣ ਜਾਂਦਾ। ਸੰਗਤ ਸਿੰਘ ਗਿੱਲ ਜੀ ਵਾਲਾ ਤਾਂ 6.5 ਕਰੋੜ ਦੇ ਨੇੜੇ ਤੇੜੇ ਪਹੁੰਚਿਆ, ਜਿਹੜਾ ਚੰਨੀ ਸਰਕਾਰ 3 ਮਹੀਨੇ ਦੀ ਸਰਕਾਰ ਦੇ ਵਿੱਚ। ਸੋ ਇਹਦੇ ਹਾਲੇ ਤਾਂ ਇਹਦੀਆਂ ਪਰਤਾਂ ਖੁੱਲਣਗੀਆਂ। ਸੋ ਇਹ ਜ਼ਰੂਰ ਹੈ ਕਿ ਚਾਹੇ ਪਿਛਲੀ ਸਰਕਾਰ 'ਚ ਜਿਹੜੇ ਮੰਤਰੀ ਰਹੇ ਨੇ, ਜਿਨ੍ਹਾਂ ਦੀ ਸੂਚੀ ਕਹਿੰਦੇ ਕੈਪਟਨ ਅਮਰਿੰਦਰ ਕਹਿੰਦੇ ਮੇਰੇ ਕੋਲ ਹੈ, ਹਜੇ ਭਗਵੰਤ ਮਾਨ ਹੋਰਾਂ ਨੂੰ ਦੇਣ ਦੀਆਂ ਗੱਲਾਂ ਕਰਦੇ ਸੀ, ਤੇ ਉਹ ਚਲ ਗਏ ਜਿਨ੍ਹਾਂ ਨੇ ਜਾਣਾ ਸੀ ਭਾਰਤੀ ਜਨਤਾ ਪਾਰਟੀ ਦੇ ਵਿੱਚ। ਜੇ ਸਾਧੂ ਸਿੰਘ ਧਰਮਸੋਤ ਵੀ ਚਲ ਜਾਂਦੇ ਤਾਂ ਸ਼ਾਇਦ ਇਹ ਐਕਸ਼ਨ ਉਸ ਰੂਪ ਦੇ ਵਿੱਚ ਨਾ ਹੁੰਦਾ, ਕਿਉਂਕਿ ਕੇਂਦਰੀ ਸਤ੍ਹਾ ਦੇ ਕੋਲ ਵੀ ਬੜਾ ਕੁਝ ਹੁੰਦਾ। ਕੇਂਦਰੀ ਸੱਤਾ ਦੇ ਕੋਲ ਜਿਹੜੀਆਂ ਕੇਂਦਰੀ ਏਜੰਸੀਆਂ, ਉਹਨਾਂ ਦਾ ਸਾਰਾ ਕੁਝ ਆ। ਰਾਣਿੰਦਰ ਤੇ ਕਿਉਂ ਨਹੀਂ ਬਈ ਉਹਦੀ ਫਾਈਲ ਕੋਈ ਖੁੱਲ ਰਹੀ? ਰਾਣਿੰਦਰ ਤੇ ਵੀ ਤਾਂ ਈਡੀ ਦਾ ਕੇਸ ਹੈ ਨਾ, ਤੇ ਉਹ ਕਿੱਥੇ ਗਿਆ ਸਾਰਾ ਕੁਝ? ਮਤਲਬ ਅਸਲ ਦੇ ਵਿੱਚ ਇਹੀ ਹੁੰਦਾ ਹੈ ਕਿ ਸੱਤਾ ਜਿਹੜੀ ਹੈ ਨਾ ਜੀ, ਉਹਦਾ ਕਰੈਕਟਰ ਸੱਤਾ ਦਾ, ਸਾਰੀਆਂ ਜਿਹੜੀਆਂ ਚਾਹੇ ਸਟੇਟ ਲੈਵਲ ਦੀ ਸੱਤਾ ਹੈਗੀ ਆ, ਚਾਹੇ ਨੈਸ਼ਨਲ ਲੈਵਲ ਦੀ ਸੱਤਾ ਹੈਗੀ, ਉਹਨਾਂ ਦਾ ਕਰੈਕਟਰ ਲਗਭਗ ਸੇਮ ਹੈ। ਜੇ ਹੁਣ ਜਿਹੜੇ ਗਏ ਨੇ, ਚਾਹੇ ਬਲਵੀਰ ਸਿੱਧੂ ਦਾ ਮਾਮਲਾ ਹੈਗਾ, ਸ਼ਾਮ ਸੁੰਦਰ ਅਰੋੜਾ ਦਾ ਮਾਮਲਾ ਹੈਗਾ, ਕਿ ਰਾਜਕੁਮਾਰ ਵੇਰਕਾ ਦਾ ਮਾਮਲਾ ਹੈਗਾ, ਕਿ ਉਹ ਮਾਮਲੇ ਖੁੱਲਣਗੇ? ਪੋਸੀਬਿਲਿਟੀ ਹੋ ਸਕਦੀ ਹੈ ਕਿ ਸਟੇਟ ਵਿਜੀਲੈਂਸ ਜਾਂ ਕਹਿ ਲਓ ਵੀ ਪੰਜਾਬ ਦੀ ਸਰਕਾਰ ਕੋਈ ਜਿਹਦੇ ਤੇ ਐਫਰਟਸ ਕਰੇ, ਪਰ ਕੇਂਦਰੀ ਸੱਤਾ ਤਾਂ ਉਹਨਾਂ ਦੇ ਕੋਲ ਹੈ ਨਾ। ਹੁਣ ਮੈਂ ਪੁੱਛ ਰਿਹਾ, ਅਗਲੇ ਨੇ ਬੱਗਾ ਬਚਾ ਲਿਆ ਸੀ ਆਪਣਾ। ਹਾਂ ਬਿਲਕੁਲ, ਇਸੇ ਕਰਕੇ ਨਾ ਕੇਂਦਰੀ ਸੱਤਾ ਦਾ ਇੱਕ ਬਹੁਤ ਵੱਡਾ ਰੋਲ ਹੁੰਦਾ। ਮਤਲਬ ਇਹ ਉਹ ਕੀ ਕਰਨਗੇ, ਕੌਮੀ ਜਾਂਚ ਏਜੰਸੀ ਕੋਈ ਨਾ ਕੋਈ ਬਿਠਾ ਦੇਣਗੇ, ਰੀਥਿੰਕ ਕਰ ਦੇਣਗੇ, ਨਾਲ ਦੀ ਨਾਲ ਸਾਰਾ ਕੁਝ ਹੋ ਜਾਏਗਾ। ਨਹੀਂ, ਪੈਰਲਲ ਉਧਰ ਅਗਲੇ ਨੇ ਮਿਨਿਸਟਰ ਟੰਗਿਆ ਹੋਇਆ। ਹਾਂ, ਉਹ ਸਤਿੰਦਰ ਅਰਵਿੰਦ ਕੇਜਰੀਵਾਲ ਕਹੀ ਜਾਂਦੇ ਨੇ ਕਿ ਮੇਰੇ ਮਨੀਸ਼ ਸਿਸੋਦੀਆ ਦੀ ਵਾਰੀ ਵੀ ਆਉਣੀ। ਬਿਲਕੁਲ, ਸਤਿੰਦਰ ਜੈਨ ਕੀ ਇਹ ਸਾਰੀ ਇਸ ਕਰਕੇ ਮੈਨੂੰ ਲੱਗਦਾ ਇਸ ਕਰਕੇ ਤਾਲਮੇਲ ਦੀਆਂ ਵੀ ਗੱਲਾਂ ਹੁੰਦੀਆਂ ਨਾ। ਹੁਣ ਨਹੀਂ, ਤਾਲਮੇਲ ਨਹੀਂ ਸੁਸ਼ੀਲ ਭਾਜੀ, ਮਤਲਬ ਪੰਜਾਬ 'ਚ ਜਿਹੜੀ ਕਾਰਵਾਈ ਹੋ ਰਹੀ ਹੈ ਉਹ 'ਚੋਂ ਅਸੀਂ ਇਮਾਨਦਾਰੀ ਦੇਖ ਰਹੇ ਹਾਂ। ਬਿਲਕੁਲ, ਅਸੀਂ ਕਹਿ ਰਹੇ ਹਾਂ ਕਿ ਇਹ ਲੀਡਰਾਂ ਦੇ ਖਿਲਾਫ ਲੋਕਾਂ ਨੇ ਪਹਿਲਾਂ ਵੀ ਕੁਐਸਚਨ ਮਾਰਕ ਲਾਏ ਸੀ ਇਸ ਲਈ, ਔਰ ਆਪਣਾ ਮੰਤਰੀ ਟੰਗਿਆ ਵੀ ਇਹ ਤਾਂ ਕਮਾਲ ਹੈ, ਕੋਈ ਕਰਦਾ ਨਹੀਂ ਇੱਦਾਂ, ਇਸ ਲਈ ਲੋਕਾਂ ਨੂੰ ਇਹ 'ਚੋਂ ਇਮਾਨਦਾਰੀ ਦਿਖਦੀ ਆ। ਆਪਣੇ ਮੰਤਰੀ ਲਈ ਤਾਂ ਪਦਮ ਵਿਭੂਸ਼ਣ ਮੰਗ ਰਹੇ ਆ। ਠੀਕ ਆ,
ਤੇ ਹੁਣ ਉਧਰ ਜਿਹੜਾ ਦਿੱਲੀ ਵਾਲਾ ਮੰਤਰੀ ਦੂਜੀ ਪਾਰਟੀ ਸਰਕਾਰ ਚੱਕ ਰਹੀ ਆ, ਉਹ 'ਚ ਕਹਿੰਦੇ ਨਹੀਂ ਉਹ ਬਦਲਾਖੋਰੀ ਆ। ਇਹ ਇਸ ਕਰਕੇ ਹੈ ਨਾ ਜੀ, ਦੇਖੋ ਆਪਣੇ ਬਦਲਾਖੋਰੀ ਵੀ ਹੈ, ਨਾਲ ਪਦਮ ਵਿਭੂਸ਼ਣ ਵੀ ਮੰਗ ਰਹੇ ਆ। ਉਹ ਠੀਕ ਆ, ਉਹਨਾਂ ਨੇ ਇੱਕ ਡਰ ਵੀ ਪ੍ਰਗਟ ਕੀਤਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖਾਂਗੇ ਕਿ ਕੁਝ ਚੀਜ਼ਾਂ ਜਿਹੜੀਆਂ ਆ ਬਾਂਹ ਮਰੋੜਨ ਦੀ ਵੀ ਤੱਕ ਰਾਜਨੀਤੀ ਹੁੰਦੀ ਹੈ ਵੀ ਤੁਸੀਂ ਇਨ ਬਿਟਵੀਨ ਜਿਹੜਾ ਤੁਸੀਂ ਗੁਜਰਾਤ ਦੇ ਵਿੱਚ ਵੀ ਜਾਣਾ, ਹਿਮਾਚਲ 'ਚ ਵੀ ਜਾਣਾ, ਕੀ ਉਹੀ ਰੋਕਣ ਲਈ ਹੈ? ਹਾਂ, ਪੋਸੀਬਿਲਿਟੀ ਹੈ। ਜਾਂ 24 ਰੋਕਣ ਲਈ ਹੈ ਕਿ ਤੁਸੀਂ ਸਟੇਟ ਦੀ ਰਾਜਨੀਤੀ ਕਰੋ ਨਾ? ਉਹ 24 ਤਾਂ ਵੈਸੇ ਨਹੀਂ ਆਮ ਆਦਮੀ ਪਾਰਟੀ ਉਸ ਰੂਪ ਦੇ ਵਿੱਚ ਆ ਰਹੀ। ਉਹਨਾਂ ਦਾ ਜੇ ਆਮ ਆਦਮੀ ਪਾਰਟੀ ਇਨ ਫਿਊਚਰ ਜੇ ਕੁਝ ਕਰਨਾ ਵੀ ਚਾਹੇਗੀ, ਜੇ ਕੋਈ ਚੰਗੇ ਰਿਜ਼ਲਟ ਦਿੰਦੀ ਹੈ ਨਾ, ਬਾਕੀ ਸੂਬਿਆਂ ਦੇ ਥੋੜ੍ਹੇ ਬਹੁਤ ਰਿਜ਼ਲਟ ਦਿੰਦੇ ਆ, ਸੰਗਰੂਰ ਦੀ ਲੋਕ ਸਭਾ ਵੀ ਥੋੜ੍ਹਾ ਬਹੁਤ ਤੈਅ ਕਰੇਗੀ। 24 'ਚ ਫਿਰ ਵੀ ਉਹ ਜਿਹੜਾ ਸਾਰੇ ਦੇਸ਼ ਦੇ ਵਿੱਚ ਉਸ ਰੂਪ ਦੇ ਵਿੱਚ ਨਹੀਂ ਆਉਣ ਵਾਲੇ। ਉਹਨਾਂ ਦਾ ਟਾਰਗੇਟ ਤਾਂ 2029 ਹੈ। ਉਹਦੇ 'ਚ ਵੀ RSS ਦੀ ਸਮਝਦਾਰੀ ਜੇ ਉਹਨਾਂ ਦੇ ਨਾਲ ਜੁੜੀ ਰਹੇਗੀ ਤਾਂ, ਕਿਉਂਕਿ ਇਹ ਬੜੀ ਬਾਰੀਕ ਜਿਹੀ ਖੇਡ ਹੈ, ਬੜੀ ਬਾਰੀਕ ਜਿਹੇ ਜਾਲ ਨੇ ਸਾਰੇ ਜਾਲ ਜਿਹੜੇ ਉਹਨੂੰ ਸਮਝਣ ਦੀ ਜ਼ਰੂਰਤ ਹੈ। ਖੁਦ ਜਦੋਂ ਅਰਵਿੰਦ ਕੇਜਰੀਵਾਲ ਕਹਿੰਦੇ ਆ ਵੀ ਮੇਰੇ ਫਾਦਰ ਸਾਹਿਬ ਤਾਂ ਜਿਹੜੇ RSS ਦੀਆਂ ਬ੍ਰਾਂਚਿਸ ਜਾਂਦੇ ਰਹੇ ਆ, ਤੇ ਅਸੀਂ ਤਾਂ ਹੈ ਹੀ ਜਮਾਂਦਰੂ ਭਾਰਤੀ ਜਨਤਾ ਪਾਰਟੀ ਵਾਲੇ, ਇਹ ਲਫ਼ਜ਼ ਵੀ ਇੱਕ ਵਾਰੀ ਕਹੇ ਸੀ ਅਰਵਿੰਦ ਕੇਜਰੀਵਾਲ ਨੇ। ਸੋ ਬੜੀਆਂ ਚੀਜ਼ਾਂ ਜਿਹੜੀਆਂ ਇੰਟਰਕਨੈਕਟਡ ਨੇ। ਦੂਜੀ ਗੱਲ ਹੈ ਕਿ ਨਰਿੰਦਰ ਮੋਦੀ ਤੇ ਜਿਹੜੇ ਅਚਾਨਕ ਉਭਾਰ ਜਿਹੜਾ ਦੂਜੀ ਵਾਰ ਸੱਤਾ ਦੇ ਵਿੱਚ ਆਏ ਨੇ ਆਦਿੱਤਿਆਨਾਥ ਯੋਗੀ, ਇਸ ਵੇਲੇ ਤਾਂ ਹਾਲੇ ਤਾਂ ਸਿੱਧਾ ਟਕਰਾਅ 2024 ਦੇ ਵਿੱਚ ਯੋਗੀ ਦਾ ਤੇ ਨਰਿੰਦਰ ਮੋਦੀ ਦਾ ਪੰਗਾ ਪੈਣ ਵਾਲਾ ਹੈ। ਅੱਛਾ ਜੀ। ਤੇ ਇਹ ਜਿਹੜੇ ਅਰਵਿੰਦ ਕੇਜਰੀਵਾਲ ਇਹ ਤਾਂ 2029 ਵਾਸਤੇ ਸਾਂਭ ਕੇ ਰੱਖੇ ਹੋਏ ਆ। ਅਮਿਤ ਸ਼ਾਹ ਉਸ ਰੂਪ ਦੇ ਵਿੱਚ ਨਹੀਂ ਆਉਣ ਵਾਲੇ। ਅਮਿਤ ਸ਼ਾਹ ਅਸਲ ਦੇ ਵਿੱਚ ਚਾਣਕਿਆ ਦੀ ਭੂਮਿਕਾ ਦੇ ਵਿੱਚ ਹਾਂ। ਉਹਨੇ ਦੂਜੀ ਗੱਲ ਇਹ RSS ਨੂੰ ਵੀ ਪਤਾ ਹੈ ਨਾ ਵੀ ਕਿਹੜੇ ਬੰਦੇ ਨੂੰ ਪਾਪੂਲੈਰਿਟੀ ਜਿਹੜੀ ਹੈ, ਜੇ ਪਾਪੂਲੈਰਿਟੀ ਦੇ ਮਾਮਲੇ ਦੇਖਣਾ ਹੋਵੇ ਤਾਂ ਹੁਣ ਪਾਪੂਲੈਰਿਟੀ ਦੇ ਵਿੱਚ ਨਰਿੰਦਰ ਮੋਦੀ ਤੋਂ ਬਾਅਦ ਨੇੜੇ ਤੇੜੇ ਨਰਿੰਦਰ ਮੋਦੀ ਦੀ ਜੇ ਕੋਈ ਵਿਚਰ ਰਿਹਾ ਤਾਂ ਯੋਗੀ ਆਦਿੱਤਿਆਨਾਥ ਵਿਚਰ ਰਿਹਾ। ਜਾਂਦੇ ਸੁਸ਼ੀਲ ਜੀ, ਉਹਦੇ ਸਿੱਧੂ ਮੂਸੇਵਾਲੇ ਦੇ ਮਾਤਾ ਨੇ ਵੀ, ਸਿੱਧੂ ਮੂਸੇਵਾਲੇ ਦੇ ਪਿਤਾ ਨੇ ਵੀ ਸਿੱਧੂ ਮੂਸੇਵਾਲੇ ਦੀ ਜੀਵਨ ਸ਼ੈਲੀ ਦੇ ਹਵਾਲੇ ਨਾਲ ਨੌਜਵਾਨ ਪੀੜ੍ਹੀ ਜਿਹੜੀ ਉੱਥੇ ਇਕੱਠੀ ਹੋਈ ਸੀ ਕੱਲ੍ਹ ਭੋਗ ਤੇ, ਉਹਨਾਂ ਨੂੰ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਜੇ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਤਾਂ ਉਹਦੀ ਯਾਦ 'ਚ ਇੱਕ ਬੂਟਾ ਲਾਇਓ ਵੀ ਤੇ ਪਾਲਿਓ ਵੀ। ਚੰਗਾ ਸੁਨੇਹਾ ਹੈ। ਮੈਂ ਸਮਝਦਾ ਕਿ ਅੱਜ ਪੰਜਾਬ ਦੀ ਜ਼ਰੂਰਤ ਹੈ। ਪੰਜਾਬ ਦੇ ਵਿੱਚ ਵੈਸੇ ਓਵਰਆਲ ਜਿਹੜਾ ਇੱਕ ਗਲੋਬਲ ਲੈਵਲ ਦੇ ਉੱਤੇ ਜਿਹੜਾ ਸਾਡੇ ਕੋਲ ਜਿਹੜੀਆਂ ਜਾਣਕਾਰੀਆਂ, ਧਰਤੀ ਦਾ 37% ਜਿਹੜਾ ਕਹਿ ਲਓ ਵੀ ਏਰੀਆ ਹੈਗਾ ਉਹ ਹਰਿਆ ਭਰਿਆ ਚਾਹੀਦਾ। ਮਤਲਬ ਹਰਿਆ ਭਰਿਆ ਇੱਦਾਂ ਨਹੀਂ ਜੇ ਅਸੀਂ ਘਰ ਦੇ ਮੂਹਰੇ ਬੂਟਾ ਲਾ ਲਿਆ, ਮਤਲਬ ਜੰਗਲ ਦੇ ਰੂਪ ਦੇ ਵਿੱਚ ਚਾਹੀਦਾ। 37% ਪੰਜਾਬ ਦੇ ਵਿੱਚ ਇਸ ਵੇਲੇ ਸਰਕਾਰੀ ਅੰਕੜੇ ਦੱਸਦੇ ਆ ਕਿ 5 ਤੋਂ 6% ਹੈ। ਸਾਡੇ ਜਿਹੜੇ ਗੈਰ ਸਰਕਾਰੀ ਅੰਕੜੇ ਦੱਸਦੇ ਆ 3% ਜੰਗਲ ਰਹਿ ਗਿਆ ਪੰਜਾਬ ਦੇ ਵਿੱਚ। ਇਸ ਕਰਕੇ ਪੰਜਾਬ ਦੇ ਪਿੰਡ ਵਿੱਚ ਇਹ ਕੰਪੇਨ ਜਿਹੜੀ ਹੈ ਬੜੀ ਜ਼ਰੂਰੀ ਹੈ। ਸਿੱਧੂ ਮੂਸੇਵਾਲੇ ਦੇ ਫਾਦਰ ਸਾਹਿਬ ਨੇ ਇਹ ਜਿਹੜਾ ਇੱਕ ਸੁਨੇਹਾ ਦਿੱਤਾ, ਮੇਰੇ ਖਿਆਲ ਹੈ ਵੀ 1 ਲੱਖ ਤੋਂ ਜ਼ਿਆਦਾ ਦਾ ਘੱਟ ਸੀ ਸ਼ਾਇਦ। ਇੰਨੀ ਸਖਤ ਗਰਮੀ ਦੇ ਬਾਵਜੂਦ ਵੀ ਮਤਲਬ ਲੋਕ ਇੰਨੇ ਵੱਡੇ ਪੱਧਰ ਦੇ ਉੱਤੇ ਆਏ। ਕੇਵਲ ਪੰਜਾਬ ਦੇ ਲੋਕ ਨਹੀਂ, ਹਰਿਆਣੇ ਤੋਂ ਲੋਕ ਵੀ ਆਏ, ਰਾਜਸਥਾਨ ਤੋਂ ਲੋਕ ਵੀ ਆਏ। ਤੇ ਇਹ ਮੈਸੇਜ ਇੱਕ ਗਿਆ, ਚੰਗਾ ਮੈਸੇਜ ਵੀ ਜੇ ਸੱਚਮੁੱਚ ਸਿੱਧੂ ਮੂਸੇਵਾਲਾ ਨੂੰ ਪਿਆਰ ਕਰਨ ਵਾਲੇ ਜੇ ਇਹ ਲੋਕ ਨੇ, ਜਿਹਦੇ 'ਚ ਬਹੁਤੀ ਜਿਹੜੀ ਆਬਾਦੀ ਹੈ ਉਹ ਨੌਜਵਾਨ ਹੈ, ਤੇ ਜੇ ਉਹ ਆਪਣੇ ਪਿੰਡਾਂ ਦੇ ਵਿੱਚ ਨੌਜਵਾਨ ਕਲੱਬਾਂ ਦੇ ਰਾਹੀਂ ਆਪਣੀਆਂ ਪੰਚਾਇਤਾਂ ਨਾਲ ਮਿਲ ਕੇ ਜੇ ਇੱਦਾਂ ਦੀ ਕੰਪੇਨ ਚਲਾਉਣਗੇ, ਲਾਜ਼ਮੀ ਬਦਲੇਗਾ ਪੰਜਾਬ ਨੂੰ ਬਦਲਣ ਦੀ ਜ਼ਰੂਰਤ ਹੈ। ਕੱਲ੍ਹ ਮੇਰੀ ਲਾਲਚੰਦ ਕਟਾਰੂ ਚੱਕ ਹੋਰਾਂ ਨਾਲ ਵੀ ਮੁਲਾਕਾਤ ਹੋਈ ਸੀ, ਸਾਡੇ ਜਿਹੜੇ ਫਾਰੈਸਟ ਮਿਨਿਸਟਰ ਹੈਗੇ ਆ, ਉਹਨਾਂ ਨਾਲ ਵੀ ਮੈਂ ਇਸ ਮਸਲੇ 'ਤੇ ਗੱਲ ਕੀਤੀ ਸੀ, ਜੰਗਲ ਦੇ ਮਸਲੇ 'ਤੇ। ਉਹ ਕਹਿੰਦੇ ਸੀ ਅਸੀਂ ਆਪਣੇ ਐਫਰਟਸ ਵੈਸੇ ਕੁਝ ਕਰ ਰਹੇ ਹਾਂ। ਇਹਨਾਂ ਲੋਕਾਂ ਨੇ ਤਾਂ ਦਰਖਤ ਵਢਾ ਦਿੱਤੇ ਜੇ 'ਚ 500 ਰੁਪਈਆ ਲੈ ਕੇ, ਤੇ ਕਹਿੰਦੇ ਅਸੀਂ ਦਰਖਤ ਲਾਉਣ ਦੀ ਇੱਕ ਕੰਪੇਨ ਪਿੰਡ ਸ਼ੁਰੂ ਕਰ ਰਹੇ ਹਾਂ। ਤੇ ਇਸ ਕੰਪੇਨ ਦੇ ਵਿੱਚ ਜੇ ਨੌਜਵਾਨ ਵੀ ਸ਼ਾਮਲ ਹੋ ਜਾਣਗੇ ਤੇ ਮੈਨੂੰ ਲੱਗਦਾ ਕਿ ਪੰਜਾਬ ਦੀ ਜਿਹੜੀ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਵੇਲੇ, ਉਹ ਜ਼ਰੂਰਤ ਪੂਰੀ ਹੋਏਗੀ। ਬਿਲਕੁਲ, ਪੰਜਾਬ ਦੀ ਸਭ ਤੋਂ ਵੱਡੀ ਜਿਹੜੀ ਜ਼ਰੂਰਤ ਹੈ ਇਸ ਵੇਲੇ ਉਹ ਇਹੀ ਹੈ ਕਿ ਵਾਤਾਵਰਨ ਨੂੰ ਬਚਾਈਏ, ਪੰਜਾਬ ਦੀ ਆਬੋ ਹਵਾ ਨੂੰ ਬਚਾਈਏ, ਪੰਜਾਬ ਦੇ ਪਾਣੀਆਂ ਨੂੰ ਬਚਾਈਏ, ਤੇ ਪੰਜਾਬ ਦੇ ਵਿੱਚ ਵੱਧ ਰਿਹਾ ਤਾਪਮਾਨ ਜਾਂ ਦੇਸ਼ ਭਰ ਦੁਨੀਆ ਭਰ 'ਚ ਵੱਧ ਰਿਹਾ ਤਾਪਮਾਨ, ਉਹਨੂੰ ਰੋਕਣ ਦਾ ਇੱਕੋ ਇੱਕ ਹੀਲਾ ਹੈ ਕਿ ਵੱਧ ਤੋਂ ਵੱਧ ਦਰਖਤ ਲਗਾਈਏ। ਸੋ ਜੇਕਰ ਤੁਸੀਂ ਸਿੱਧੂ ਮੂਸੇਵਾਲੇ ਦੇ ਫੈਨ ਹੋ ਤਾਂ ਭਾਈ ਘੱਟੋ ਘੱਟ ਉਹਦੀ ਮਾਂ ਦਾ, ਉਹਦੇ ਪਿਓ ਦਾ ਸੁਨੇਹਾ ਹੀ ਮੰਨ ਲਓ ਕਿ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ। ਉਹਨਾਂ ਨੇ ਤਾਂ ਸਿੱਖ ਭਾਈਚਾਰੇ ਦੇ ਨੌਜਵਾਨਾਂ ਨੂੰ ਅਪੀਲ ਵੀ ਕੀਤੀ ਆ ਕਿ ਭਾਈ ਜੇ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਦੇ ਹੋ ਦਸਤਾਰ ਸਜਾਓ, ਤੇ ਜੇਕਰ ਤੁਸੀਂ ਉਸ ਨੂੰ ਪਿਆਰ ਕਰਦੇ ਹੋ ਤਾਂ ਬੂਟੇ ਲਾਓ। ਸੋ ਇਸ ਲਈ ਉਹ ਸੁਨੇਹੇ ਦੇ ਉੱਤੇ ਪਹਿਰਾ ਦੇਣ ਦੀ ਵੀ ਲੋੜ ਹੈ। ਸੋ ਬਾਕੀ ਕੁਦਰਤ ਬਚਾਉਣਾ, ਆਪਣੇ ਆਪ ਨੂੰ ਬਚਾਉਣਾ, ਆਪਣਾ ਜੀਵਨ ਬਚਾਉਣਾ, ਆਪਣੀਆਂ ਪੀੜ੍ਹੀਆਂ ਦਾ ਜੀਵਨ ਬਚਾਉਣਾ। ਸੋ ਇਸੇ ਚਰਚਾ ਨੂੰ ਇੱਥੇ ਵਿਰਾਮ ਦਿੰਦੇ ਹਾਂ। ਫਿਰ ਪਰਤਾਂਗੇ ਨਵੇਂ ਮਹਿਮਾਨਾਂ ਨਾਲ, ਨਵੇਂ ਵਿਸ਼ਿਆਂ ਨਾਲ। ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ TV, ਹਰ ਕਦਮ ਤੁਹਾਡੇ ਨਾਲ।